जो दिन आवें सो दिन जाहि, करना कूच रहन थिर नाही। संग चलत है हम ही चलना, दूर गगन सिर ऊपर मरना। क्या तू सोया जाग या न, ते जीवन जग सच कर जाना। सतनाम। धन वाहिगुरु साहिब जी। आसा जब लग तेल दीवे मुख बाती, तब सूझे सब कोई। तेल जले बाती ठहरानी, सोना मंदर होई। जब लग तेल दीवे मुख बाती, तब सूझे सब कोई। तेल जले बाती ठहरानी, सोना मंदर होई। रे बोरे तोहे करी न रखे कोई, तू राम नाम जप सोई। रहाउ। काकी मात पिता कहो काको, कवन पुरख की जोई। घट फूटे को बात न पूछे, काढ़ो काढ़ो होई। देहोरी बैठी माता रोवे, खटिया ले गए भाई। लट छिटकाए तिरिया रोवे, हंस अकेला जाई। कहत कबीर सुनो रे संत हो, भय सागर के ताई। इस बंदे सिर जुलम होत है, जम नहीं हटे गुसाई। कहत कबीर सुनो रे संतो, है सागर के ताई। इस बंदे सिर जुलम होत है, जम नहीं हटे गुसाई। वाहिगुरु जी का खालसा, वाहिगुरु जी की फतेह। परम सन्मानयोग जुगों जुग अटल
ਸਰਵਰੇ ਕਾਇਨਾਤ ਦੇ ਮਾਲਕ, ਭਗਤ ਵਛਲ ਕਿਰਪਾ ਨਿਧਾਨ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਨੇ ਪਾਰ ਕਿਰਪਾ ਕੀਤੀ। ਸੰਧਿਆ ਵੇਲੇ ਦੇ ਸਜੇ ਦੀਵਾਨਾਂ ਵਿੱਚ ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਘਰ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਹੈ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ, ਪਹਾਲ ਰਹੇ ਹਮ ਰਹਿਨ ਨਾ ਪਾਈਏ, ਜੀਵਤਿਆਂ ਮਰ ਰਹੀਏ। ਜਦ ਤੱਕ ਸੰਸਾਰ ਹੈ ਸਾਡਾ ਫਰਜ਼ ਹੈ ਕੁਝ ਸੁਣਨਾ ਅਤੇ ਕੁਝ ਕਹਿਣਾ। ਆਓ ਕਿ ਜੀਵਨ ਦੇ ਵਿੱਚ ਵਿਚਾਰ ਲਾਜ਼ਮੀ ਹੈ, ਨਹੀਂ ਤਾਂ ਗੁਰਬਾਣੀ ਕਹਿੰਦੀ ਹੈ ਬਿਨ ਬੂਝੇ ਪਸ ਢੋਰ। ਜੇ ਮਨੁੱਖ ਵਿਚਾਰ ਨਹੀਂ ਕਰਦਾ ਤੇ ਪਸ਼ੂ ਦੀ ਨਿਆਈ ਹੈ। ਇਸ ਕਰਕੇ ਇਸ ਜੀਵਨ ਨੂੰ ਸਮਝਣ ਲਈ, ਜੀਵਨ ਦੇ ਇਸ ਜ਼ਿੰਦਗੀ ਰੂਪੀ ਰਾਹ ਨੂੰ ਪੱਧਰਾ ਕਰਨ ਵਾਸਤੇ, ਸੁਖਾਲਾ ਕਰਨ ਵਾਸਤੇ ਗੁਰਬਾਣੀ ਦੀ ਵਿਚਾਰ ਹਰ ਸਿੱਖ ਲਈ ਲਾਜ਼ਮੀ ਹੈ। ਆਓ ਚੱਲ ਰਹੀ ਲੜੀਵਾਰ ਵਿਚਾਰ, ਜਿਸ ਅਧੀਨ ਭਗਤਾਂ ਨੇ ਆਪਣੀ ਵਿਚਾਰਧਾਰਾ ਨੂੰ ਮਨੁੱਖਤਾ ਦੇ ਸਮਕਸ਼ ਰੱਖਿਆ। ਇਹ ਪਾਵਨ ਸ਼ਬਦ ਜੋ ਮੰਗਲਾਚਰਨ ਰੂਪ ਦੇ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਹੈ, ਆਸਾ ਰਾਗ ਦਾ 9ਵਾਂ ਸ਼ਬਦ ਹੈ। ਪਾਵਨ ਅੰਕ 477 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਇਸ ਸ਼ਬਦ ਦੇ ਰਾਹੀਂ ਮਨੁੱਖ ਨੂੰ ਸੰਸਾਰ ਦੇ ਇਸ ਰਹਿਣ ਵਸੇਰੇ ਬਾਰੇ ਦੱਸ ਰਹੇ ਨੇ ਸਤਿਗੁਰੂ, ਕਿ ਜਿਸ ਨੂੰ ਤੂੰ ਸਦੀਵ ਕਾਲੀ ਸਮਝੀ ਬੈਠਾ ਹੈ ਔਰ ਇਸ ਦੇ ਨਾਲ ਇਤਨਾ ਸਨੇਹ, ਇਤਨਾ ਪ੍ਰੇਮ ਕਰਦਾ ਹੈ, ਜਿਸ ਕੂੜੀਆਂ ਚੀਜ਼ਾਂ ਦਾ ਤੂੰ ਐਡਾ ਮਾਣ ਕਰਦਾ ਹੈ, ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਇਸ ਕਰਕੇ ਉਸ ਅਸਲੀਅਤ ਨੂੰ ਸਮਝਾ ਰਹੇ ਨੇ ਕਬੀਰ ਸਾਹਿਬ, ਜੋ ਸਾਡੇ ਨਾਲ ਵਰਤਣ ਵਾਲੀ ਹੈ। ਔਰ ਨਿਤਾ ਪ੍ਰਤੀ ਸਮਾਜ ਵਿੱਚ ਅਸੀਂ ਦੇਖ ਰਹੇ ਹਾਂ ਇਹ ਸਭ ਕੁਝ ਵਰਤਾਰਾ ਵਰਤ ਰਿਹਾ ਹੈ। ਸੋ ਆਓ ਅੱਜ ਦੇ ਇਸ ਦੀਵਾਨ ਦੇ ਵਿੱਚ ਇਹਨਾਂ ਵਚਨਾਂ ਦੇ ਨਾਲ ਆਪਾਂ ਜੁੜੀਏ। ਇਹ ਪਾਵਨ ਸ਼ਬਦ ਪਾਵਨ ਅੰਕ 477 ਦੇ ਉੱਤੇ ਸਵਾਇਮਾਨ ਹੈ। ਕਬੀਰ ਸਾਹਿਬ ਜੀ ਦੇ ਇਹ ਅਗੰਮੀ ਬੋਲ ਹਨ। ਸੋ ਇਹਨਾਂ ਨੂੰ ਵਿਚਾਰਨ ਤੋਂ ਪਹਿਲਾਂ ਮਨੋਵਿਰਤੀਆਂ ਇਕਾਗਰ ਕਰੋ ਜੀ। ਸਾਹਿਬਾਂ ਨੂੰ ਝੁਕਾਓ ਸੀਸ ਤੇ ਇਕਾਗਰਤਾ ਬਖਸ਼ੋ, ਕਿਉਂਕਿ ਜਿਹੜੇ ਵਿਚਾਰ ਦਾ ਕੰਸੈਪਟ ਹੈ ਉਹ ਦੋਹਰੀ ਇਕਾਗਰਤਾ ਮੰਗਦਾ ਹੈ ਕੀਰਤਨ ਨਾਲੋਂ, ਕਿਉਂਕਿ ਕੀਰਤਨ ਦੇ ਨਾਲ ਸਾਜ਼ ਵੱਜ ਰਹੇ ਹੁੰਦੇ ਨੇ। ਇਸ ਕਰਕੇ ਕਈ ਵਾਰੀ ਕੋਈ ਗੱਲਾਂ ਬਾਤਾਂ ਵੀ ਕਰ ਰਿਹਾ ਹੋਵੇ ਤਾਂ ਪਤਾ ਨਹੀਂ ਚੱਲਦਾ, ਪਰ ਜਦੋਂ ਵਿਚਾਰ ਹੋ ਰਹੀ ਹੋਵੇ ਫਿਰ ਜ਼ਿਆਦਾ ਇਕਾਗਰਤਾ ਚਾਹੀਦੀ ਹੈ। ਸੋ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ। ਆਓ ਇਕਾਗਰ ਹੋਈਏ, ਸਾਵਧਾਨ ਹੋਈਏ, ਨਾਲੇ ਸੁਚੇਤ ਹੋਈਏ। ਗੁਰਮੰਤਰ ਦੀ ਸਾਂਝ ਕਰੋ, ਪਿਆਰ ਨਾਲ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਮਨੁੱਖ ਨੂੰ ਜਦ ਸਮਝ ਨਹੀਂ ਆਉਂਦੀ ਜਾਂ ਜਿਹੜਾ ਮਨੁੱਖ ਕਿਸੇ ਦੀ ਗੱਲ ਨੂੰ ਸਮਝਦਾ ਨਹੀਂ, ਆਮ ਭਾਸ਼ਾ ਵਿੱਚ ਉਹਨੂੰ ਅਸੀਂ ਕਮਲਾ, ਝੱਲਾ ਜਾਂ ਪਾਗਲ ਕਹਿੰਦੇ ਹਾਂ। ਪਰ ਯਾਦ ਰੱਖਿਓ, ਕਈ ਵਾਰੀ ਜਿਸ ਨੂੰ ਅਸੀਂ ਪਾਗਲ, ਝੱਲਾ, ਕਮਲਾ ਕਹਿ ਰਹੇ ਹਾਂ, ਉਹ ਉਤਨਾ ਪਾਗਲ ਨਹੀਂ ਹੁੰਦਾ ਜਿਤਨਾ ਕਹਿਣ ਵਾਲਾ ਮਨੁੱਖ ਪਾਗਲ ਤੇ ਝੱਲਾ ਹੁੰਦਾ ਹੈ। ਪਾਗਲ ਦੀ ਨਿਸ਼ਾਨੀ ਕੀ ਹੈ? ਮੈਂ ਸ਼ਬਦ ਨੂੰ ਵਿਚਾਰ ਰਿਹਾ ਸੀ, ਸੋਚਣ ਦਾ ਯਤਨ ਕਰ ਰਿਹਾ ਸੀ ਕਿ ਕਬੀਰ ਸਾਹਿਬ ਨੇ ਲਫ਼ਜ਼ ਵਰਤਿਆ ਹੈ ਰੇ ਬੋਰੇ। ਹੇ ਝੱਲੇ ਮਨੁੱਖ, ਹੇ ਕਮਲੇ ਇਨਸਾਨ। ਕਿਉਂ ਕਹਿ ਰਹੇ ਨੇ ਕਬੀਰ ਸਾਹਿਬ ਮਨੁੱਖ ਨੂੰ ਕਮਲਾ? ਇਸ ਗੱਲ ਨੂੰ ਸਮਝਣ ਵਾਸਤੇ ਸਾਨੂੰ ਸਮਝਣਾ ਪਏਗਾ ਉਹ ਮਨੁੱਖ ਜਿਹੜਾ ਸਾਡੀ ਨਜ਼ਰਾਂ ਵਿੱਚ ਪਾਗਲ ਹੈ, ਝੱਲਾ ਹੈ, ਕਮਲਾ ਹੈ। ਉਸ ਦੀ ਨਿਸ਼ਾਨੀ ਕੀ ਹੈ? ਪਿਆਰ ਵਾਲਿਓ, ਜਦੋਂ ਅਸੀਂ ਉਸ ਦੇ ਜੀਵਨ ਨੂੰ ਦੇਖਦੇ ਹਾਂ, ਤੱਕਦੇ ਹਾਂ, ਤੇ ਉਹ ਆਪਣੇ ਕੋਲ ਗੰਦ ਇਕੱਠਾ ਕਰੀ ਜਾ ਰਿਹਾ। ਤੁਸੀਂ ਵੇਖੋ, ਪਾਟੇ ਹੋਏ ਕੱਪੜੇ, ਕੂੜਾ ਕਰਕਟ, ਉਹ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਲੈਂਦਾ ਔਰ ਉਸ ਨੂੰ ਬੜਾ ਸੰਭਾਲ ਕੇ ਇਕੱਠਾ ਕਰ ਕਰਕੇ ਤਹਿਆਂ ਲਾ ਕੇ ਰੱਖਦਾ ਹੈ। ਊਲ ਜਲੂਲ ਬੋਲਦਾ ਰਹਿੰਦਾ ਹੈ, ਆਪਣੀ ਮਸਤੀ ਵਿੱਚ ਰਹਿੰਦਾ ਹੈ, ਆਪਣੇ ਮੁਤਾਬਿਕ ਜਿਉਂਦਾ ਹੈ, ਤੇ ਅਸੀਂ ਉਹਨੂੰ ਕਹਿੰਦੇ ਵੀ ਇਹ ਪਾਗਲ ਹੈ, ਇਹ ਝੱਲਾ ਹੈ। ਕਬੀਰ ਸਾਹਿਬ ਨੇ ਇਸ ਦ੍ਰਿਸ਼ ਨੂੰ ਲਿਆ ਕਿ ਜਦੋਂ ਅਸੀਂ ਮਨੁੱਖ ਦੇ ਜੀਵਨ ਨੂੰ ਧਿਆਨ ਨਾਲ ਤੱਕਦੇ ਹਾਂ ਤਾਂ ਮਨੁੱਖ ਵੀ ਸੰਸਾਰੀ ਧਨ ਪਦਾਰਥਾਂ ਨੂੰ ਇੰਝ ਇਕੱਠਾ ਕਰ ਰਿਹਾ ਜਿਵੇਂ ਕਿ ਇੱਕ ਪਾਗਲ ਕੂੜਾ ਤੇ ਕਰਕਟ ਇਕੱਠਾ ਕਰ ਰਿਹਾ। ਉਸਦੀ ਵੀ ਮਨੋਦਸ਼ਾ ਇਹੀ ਹੈ, ਉਸਦੀ ਵੀ ਹਾਲਤ ਇੱਦਾਂ ਦੀ ਹੀ ਹੈ। ਜਿਵੇਂ ਪਾਗਲ ਕੂੜੇ ਕਰਕਟ ਨੂੰ ਪਿਆਰ ਕਰਦਾ ਹੈ, ਗੰਦੇ ਕੱਪੜਿਆਂ ਨੂੰ ਪਿਆਰ ਕਰਦਾ ਹੈ, ਉਹਨਾਂ ਵਸਤੂਆਂ ਨੂੰ ਬੜਾ ਸੰਭਾਲ ਕੇ ਰੱਖਦਾ ਹੈ, ਮਨੁੱਖ ਵੀ ਇਸ ਨਾਸਵੰਤ ਚੀਜ਼ਾਂ ਨੂੰ, ਕੂੜੀਆਂ ਚੀਜ਼ਾਂ ਨੂੰ, ਇਹਨਾਂ ਨੂੰ ਬੜਾ ਸੰਭਾਲ ਕੇ ਰੱਖਦਾ ਹੈ। ਕਈ ਵਾਰੀ ਇਹਨਾਂ ਨੂੰ ਵਰਤਦਾ ਵੀ ਨਹੀਂ ਹੈ। ਜੋ ਵੀ ਕੁਝ ਸਾਡੇ ਕੋਲ ਹੈ ਨਾ, ਇਹ ਧਨ ਪਦਾਰਥ, ਪਰਿਵਾਰ, ਇਹ ਸਾਰੀਆਂ ਚੀਜ਼ਾਂ ਵਰਤਣ ਵਾਸਤੇ ਹਨ। ਪਰ ਮਨੁੱਖੀ ਇੱਕ ਸੁਭਾਅ ਹੈ, ਅਸੀਂ ਵੇਖਦੇ ਹਾਂ ਕਿ ਇਹ ਵਰਤਣ ਦੀ ਥਾਂ 'ਤੇ ਉਹਨਾਂ ਨੂੰ ਜੋੜਨ ਦਾ ਯਤਨ ਕਰਦਾ ਹੈ, ਇਕੱਠਾ ਕਰਨ ਦਾ ਯਤਨ ਕਰਦਾ ਹੈ। ਜਿਵੇਂ ਪਾਗਲ ਨੂੰ ਅਸੀਂ ਦੇਖ ਰਹੇ ਹਾਂ, ਉਸ ਨੂੰ ਇਕੱਠਾ ਕਰੀ ਜਾ ਰਿਹਾ, ਉਹਨੂੰ ਜੋੜ ਕੇ ਰੱਖ ਰਿਹਾ ਹੈ। ਕਬੀਰ ਸਾਹਿਬ ਜੀ ਨੇ ਗੁਰੂ ਪਿਆਰ ਵਾਲੇ ਉਸ ਦ੍ਰਿਸ਼ ਨੂੰ ਸਾਡੇ ਸਾਹਮਣੇ ਪੇਸ਼ ਕਰਦਿਆਂ ਹੋਇਆਂ ਗੱਲ ਬੜੀ ਡੂੰਘੀ ਕੀਤੀ ਹੈ। ਹੋਰ ਬੜੇ ਕਮਾਲ ਦੀ ਗੱਲ ਇੱਥੇ ਕਰ ਰਹੇ ਨੇ। ਕੋਈ ਇਨਸਾਨ ਦੁਨਿਆਵੀ ਤੌਰ ਤੋਂ ਪਾਗਲ ਹੋ ਜਾਏ ਤੇ ਉਸਦੇ ਘਰ ਦੇ ਉਹਨੂੰ ਘਰ ਵਿੱਚ ਨਹੀਂ ਰੱਖਦੇ ਵੀ ਇਹ ਪਾਗਲ ਹੋ ਗਿਆ, ਪਾਗਲਖਾਨੇ ਛੱਡ ਕੇ ਆਈ। ਇਹੀ ਹੁੰਦਾ ਨਾ ਜੀ, ਕੋਈ ਉਸਨੂੰ ਘਰ ਵਿੱਚ ਨਹੀਂ ਰੱਖਦਾ, ਕੋਈ ਆਪਣੇ ਕੋਲ ਨਹੀਂ ਖੜਨ ਦਿੰਦਾ, ਆਪਣੇ ਕੋਲ ਨਹੀਂ ਬਿਠਾਉਂਦਾ। ਕਿਉਂ? ਕਿਉਂਕਿ ਸਾਨੂੰ ਉਹ ਪਾਗਲ ਲੱਗ ਰਿਹਾ, ਝੱਲਾ ਲੱਗ ਰਿਹਾ, ਕਮਲਾ ਹੈ, ਉਸ ਨੂੰ ਸਾਡੇ ਘਰ ਵਿੱਚ ਥਾਂ ਨਹੀਂ ਹੈ, ਟਿਕਾਣਾ ਨਹੀਂ ਹੈ। ਕਬੀਰ ਸਾਹਿਬ ਇਸ ਕਰਕੇ ਸਾਨੂੰ ਸੰਬੋਧਨ ਕਰਦਿਆਂ ਕਹਿ ਰਹੇ ਨੇ, ਜਿਸ ਤਰ੍ਹਾਂ ਤੁਸੀਂ ਕਮਲੇ ਮਨੁੱਖ ਨੂੰ, ਝੱਲੇ ਇਨਸਾਨ ਨੂੰ ਆਪਣੇ ਘਰ ਵਿੱਚ ਨਹੀਂ ਰੱਖਦੇ, ਸੱਚ ਜਾਣਿਓ ਜਿਸ ਦਿਨਾਂ ਤੁਹਾਡੇ ਪ੍ਰਾਣ ਪੰਖੇਰੂ ਇੱਥੋਂ ਉਡਾਰੀ ਮਾਰ ਜਾਣਗੇ, ਉਸ ਦਿਨਾਂ ਹੇ ਕਮਲਿਓ ਤੁਹਾਨੂੰ ਵੀ ਕਿਸੇ ਨੇ ਘਰ ਵਿੱਚ ਨਹੀਂ ਰੱਖਣਾ। ਇਸ ਕਰਕੇ ਝੱਲਾ ਕਹਿ ਰਹੇ ਨੇ, ਇਸ ਕਰਕੇ ਪਾਗਲ ਕਹਿ ਰਹੇ ਨੇ। ਬੜੀ ਪਿਆਰੀ ਵਿਚਾਰਧਾਰਾ ਇਹਦੇ ਸ਼ਬਦ ਵਿੱਚ ਕਹਿਣ ਲੱਗੇ, ਰੇ ਬੋਰੇ ਤੋਏ ਘਰੀ ਨ ਰਾਖੈ ਕੋਈ।
ਆਖਣ ਲੱਗੇ, ਹੇ ਕਮਲੇ ਇਨਸਾਨ, ਤੈਨੂੰ ਕਿਸੇ ਨੇ ਇੱਕ ਘੜੀ ਵੀ ਘਰ ਵਿੱਚ ਰਹਿਣ ਨਹੀਂ ਦੇਣਾ, ਇੱਕ ਘੜੀ ਵੀ। ਜਦੋਂ ਮਨੁੱਖ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਔਰ ਉਦਾਹਰਨ ਕਿਉਂ ਕਮਲਾ ਅੱਖਰ ਜਦੋਂ ਵਰਤਿਆ, ਇਸ ਕਰਕੇ ਮੈਂ ਨਾਲ ਵਿਚਾਰ ਇੱਥੋਂ ਸ਼ੁਰੂ ਕੀਤੀ ਹੈ। ਇਸ ਗੱਲ ਨੂੰ ਆਪਾਂ ਪਕੜੀਏ ਵੀ ਇੱਕ ਝੱਲਾ ਇਨਸਾਨ ਸਾਨੂੰ ਕਿਤਨਾ ਮਾੜਾ ਲੱਗਦਾ ਹੈ, ਕਿਤਨਾ ਬੁਰਾ ਲੱਗਦਾ ਹੈ, ਸਾਨੂੰ ਪਸੰਦ ਨਹੀਂ ਹੈ। ਮਹਾਰਾਜ ਕਹਿੰਦੇ ਨੇ, ਹੇ ਕਮਲੇ ਇਨਸਾਨ, ਜਿਸ ਦਿਨ ਤੇਰੀ ਮੌਤ ਹੋ ਜਾਣੀ ਹੈ, ਇਸ ਸਰੀਰ ਵਿੱਚੋਂ ਇਹ ਜੋਤ ਅਲਵਿਦਾ ਹੋ ਜਾਣੀ ਹੈ, ਇੱਥੋਂ ਚਲੀ ਜਾਣੀ ਹੈ, ਅਤੇ ਤੈਨੂੰ ਵੀ ਘਰ ਦੇ ਵਿੱਚ ਕਿਸੇ ਨੇ ਨਹੀਂ ਰੱਖਣਾ, ਤੈਨੂੰ ਵੀ ਘਰ ਦੇ ਜੀਆਂ ਨੇ ਪਸੰਦ ਨਹੀਂ ਕਰਨਾ। ਕੋਈ ਪਸੰਦ ਨਹੀਂ ਕਰਦਾ। ਸਗੋਂ ਉਹ ਸਮਾਂ ਅਸੀਂ ਸਮਾਜ 'ਚ ਵਿਚਰਦੇ ਵੇਖਦੇ ਹਾਂ ਕਿ ਬਿਤਾਉਣਾ ਬੜਾ ਔਖਾ ਹੋ ਜਾਂਦਾ ਪਰਿਵਾਰ ਦੇ ਜੀਆਂ ਨੂੰ, ਜਿਨ੍ਹਾਂ ਦੇ ਨਾਲ ਇਤਨਾ ਸਨੇਹ, ਜਿਨ੍ਹਾਂ ਨਾਲ ਬੰਦਾ ਮੁਹੱਬਤ ਕਰਦਾ ਹੈ, ਪਿਆਰ ਕਰਦਾ ਹੈ, ਜਿਨ੍ਹਾਂ ਦੇ ਵਾਸਤੇ ਕਹਿੰਦਾ ਇਹਨਾਂ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ। ਪਰ ਜਦੋਂ ਭਾਵੇਂ ਉਹ ਬਚਪਨ ਹੋਵੇ ਉਸਦੇ ਕੋਲ, ਬਚਪਨ 'ਚ ਮੌਤ ਹੋ ਜਾਏ, ਜਵਾਨੀ 'ਚ ਹੋ ਜਾਏ, ਬੁਢਾਪੇ ਵਿੱਚ ਹੋ ਜਾਏ, ਕਿਸੇ ਵੀ ਅਵਸਥਾ ਵਿੱਚ, ਉਸ ਮਰੇ ਹੋਏ ਪ੍ਰਾਣੀ ਨੂੰ ਜਿਸ ਦੀ ਜੋਤ ਸਰੀਰ ਵਿੱਚੋਂ ਨਿਕਲ ਗਈ ਹੈ, ਜਿਹੜਾ ਹਿਰਦਾ ਰੂਪੀ ਭਾਂਡਾ ਟੁੱਟ ਗਿਆ, ਉਹਨੂੰ ਕੋਈ ਘਰ ਵਿੱਚ ਨਹੀਂ ਰੱਖਦਾ। ਔਰ ਇਸ ਭਾਂਡੇ ਦਾ ਪਤਾ ਵੀ ਕੋਈ ਨਹੀਂ ਕਿਸ ਉਮਰ ਦੇ ਵਿੱਚ ਕਦੋਂ ਇਹ ਟੁੱਟ ਜਾਏ, ਕਿਉਂਕਿ ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੇ ਠਣਕਾ, ਆਗੇ ਕੋ ਕੁਛ ਤੁਲਹਾ ਬਾਂਧੋ, ਕਿਆ ਭਰਵਾਸਾ ਧਨ ਕਾ। ਕੋਈ ਭਰੋਸਾ ਨਹੀਂ ਹੈ ਧਨ ਦਾ। ਮਹਾਰਾਜ ਕਹਿੰਦੇ ਕੋਈ ਤੁਲਹਾ ਤਿਆਰ ਕਰ ਲੈ। ਔਰ ਇਹ ਵੀ ਨਹੀਂ ਪਤਾ ਕਿ ਇਸ ਭਾਂਡੇ ਨੇ ਕਦੋਂ, ਕਿੱਥੇ ਔਰ ਕਿਵੇਂ ਟੁੱਟ ਜਾਣਾ। ਇਸ ਭਾਂਡੇ ਨੇ ਕਦੋਂ, ਕਿੱਥੇ ਅਤੇ ਕਿਵੇਂ ਟੁੱਟ ਜਾਣਾ, ਇਹ ਕਿਸੇ ਨੂੰ ਨਹੀਂ ਪਤਾ। ਕਿਉਂਕਿ ਮਹਾਰਾਜ ਕਹਿੰਦੇ ਨੇ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਮਰਨ ਕਿੱਦਾਂ ਹੋਣਾ ਪਤਾ ਨਹੀਂ ਹੈ, ਕਿੱਦਾਂ ਸੰਸਾਰ ਤੋਂ ਤੁਰ ਜਾਣਾ ਹੈ, ਮੌਤ ਕਿਵੇਂ ਹੋਣੀ ਹੈ। ਪਰ ਮਨੁੱਖ ਜਿਸ ਭੁਲੇਖੇ ਵਿੱਚ ਜੀ ਰਿਹਾ ਹੈ, ਉਸ ਭੁਲੇਖੇ ਨੂੰ ਇਸ ਸ਼ਬਦ ਦੇ ਰਾਹੀਂ ਭਗਤ ਕਬੀਰ ਸਾਹਿਬ ਜੀ ਦੂਰ ਕਰਨਾ ਚਾਹੁੰਦੇ ਹਨ। ਜਿਸ ਭੁਲੇਖੇ ਵਿੱਚ ਅਸੀਂ ਹਾਂ, ਤੇ ਕਬੀਰ ਸਾਹਿਬ ਕਹਿਣ ਲੱਗੇ, ਜਿਸ ਘਰ 'ਚ ਤੂੰ ਰਹਿੰਦਾ, ਜਿੱਥੇ ਤੇਰਾ ਟਿਕਾਣਾ ਹੈ, ਜਿਸ ਨੂੰ ਤੂੰ ਆਪਣਾ ਸਮਝੀ ਬੈਠਾ ਹੈ, ਜਿਸ ਦੇ ਨਾਲ ਇਤਨਾ ਲਗਾਓ ਹੈ ਤੇਰਾ, ਜਿਨ੍ਹਾਂ ਵਸਤੂਆਂ ਨਾਲ, ਕੱਪੜਿਆਂ ਨਾਲ, ਘਰ ਨਾਲ, ਪਰਿਵਾਰ ਨਾਲ, ਇਹ ਸਾਰੀਆਂ ਚੀਜ਼ਾਂ ਤੈਨੂੰ ਛੱਡਣੀਆਂ ਪੈਣੀਆਂ, ਤੈਨੂੰ ਤਿਆਗਣੀਆਂ ਪੈਣੀਆਂ। ਹੇ ਝੱਲੇ ਇਨਸਾਨ, ਤੈਨੂੰ ਕਿਸੇ ਨੇ ਘਰ ਦੇ ਵਿੱਚ ਨਹੀਂ ਰੱਖਣਾ। ਜਦੋਂ ਇਸ ਨੂੰ ਇਹ ਗੱਲ ਕਿਤੇ ਸਮਝ ਆ ਜਾਏ ਵੀ ਮੈਨੂੰ ਘਰ 'ਚ ਨਹੀਂ ਰੱਖਣਾ। ਵੈਸੇ ਤਾਂ ਮਨੁੱਖ ਜਦੋਂ ਮਕਾਨ ਬਣਾਉਂਦਾ ਹੈ ਨਾ, ਉਹਦਾ ਵੱਧ ਜ਼ੋਰ ਹੁੰਦਾ ਹੈ ਕਿ ਮਕਾਨ ਦੀ ਜਿਹੜੀਆਂ ਨੀਹਾਂ ਨੇ ਉਹ ਡੂੰਘੀਆਂ ਪੁੱਟਵਾਵਾਂ। ਗੁਰੂ ਸਾਹਿਬ ਨੇ ਬਾਣੀ 'ਚ ਇਹ ਵੀ ਵਚਨ ਕੀਤੇ ਨੇ। ਮਹਾਰਾਜ ਕਹਿੰਦੇ, ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ। ਜਿਨ੍ਹਾਂ ਨੇ ਕਹਿੰਦੇ ਨੇ ਡੂੰਘੀਆਂ ਨੀਹਾਂ ਪੁੱਟਵਾ ਕੇ, ਉੱਪਰ ਦਾ ਅਰਥ ਹੈ ਉੱਤੇ, ਮੰਡਪ ਦਾ ਅਰਥ ਹੈ ਮਹਿਲ ਮਾੜੀਆਂ ਸਾਜੇ ਬਣਾਏ। ਮਨੁੱਖ ਦਾ ਸਾਰਾ ਜ਼ੋਰ ਹੁੰਦਾ ਵੀ ਨੀਂਹ ਮਜ਼ਬੂਤ ਚਾਹੀਦੀ ਮਕਾਨ ਦੀ, ਕਿਉਂਕਿ ਮੈਸ ਵਿੱਚ ਰਹਿਣਾ ਹੈ, ਮੈਸ ਦੇ ਵਿੱਚ ਵਸਣਾ ਹੈ, ਲੰਬਾ ਸਮਾਂ ਮੈਸ ਦੇ ਵਿੱਚ ਕੱਢਣਾ। ਭਾਵੇਂ ਉਸ ਛੀਨੀ ਮੌਤ ਹੋ ਜਾਏ ਬੰਦੇ ਨੂੰ, ਪਰ ਬੰਦਾ ਬੜੀ ਲੰਬੀ ਸੋਚ ਕੇ ਚੱਲਦਾ ਵੀ ਇਸ ਮਕਾਨ 'ਚ ਮੈਂ ਰਹਿਣਾ, ਬੜੀਆਂ ਨੀਹਾਂ ਡੂੰਘੀਆਂ ਪੱਟ ਕੇ ਰੱਖਦਾ ਹੈ, ਅਤੇ ਤਾਂ ਉਹਦੇ 'ਤੇ ਮਹਿਲ ਉਸਾਰਦਾ ਹੈ। ਦ੍ਰਿਸ਼ ਦੇਖਣਾ ਕਿਤੇ। ਭਗਤ ਨਾਮਦੇਵ ਜੀ ਕਹਿੰਦੇ ਨੇ, ਕਹਿੰਦੇ ਗਹਿਰੀ ਕਰਕੇ ਨੀਂਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਣ ਧਰ ਮੂੰਡ ਬੁਲਾਏ। ਕਹਿਣ ਲੱਗੇ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਵਿਨਸ ਜਾਏ ਝੋਟੀ ਦੇਹੀ। ਕਹਿੰਦੇ ਇਹ ਜਿਹੜੀ ਦੇਹੀ ਹੈ ਨਾ, ਝੂਠ ਹੈ, ਇਸਨੇ ਵਿੰਸ ਜਾਣਾ, ਇਸਨੇ ਟੁੱਟ ਜਾਣਾ।
ਉਦਾਹਰਨਾਂ ਬੜੀ ਪਿਆਰੀਆਂ ਲਈਆਂ। ਆਖਣ ਲੱਗੇ, ਕਹਿੰਦੇ ਤੁਸੀਂ ਵੇਖੋ ਕਿ ਜਿਹੜੇ ਕੌਰਵ ਨੇ ਮੇਰੀ ਕੌਰਵ ਕਰਤੇ ਰਾਵਣ ਸੇ ਅਧਿਕਾਈ। ਜਿਹੜੇ ਕੌਰਵ ਕਹਿੰਦੇ ਸੀ ਵੀ ਸਾਡੇ ਕੋਲ ਸਾਡੇ ਦੁਰਜੋਧਨ ਵਰਗਾ ਭਰਾ ਹੈ, ਮੇਰਾ ਕਰਦੇ, ਸਾਡੇ ਕੋਲ ਐਡਾ ਬਲਵਾਨ ਭਰਾ, ਸਾਡੇ ਕੋਲ ਦੁਰਜੋਧਨ ਵਰਗਾ ਭਰਾ ਹੈ। ਜਿਹੜੇ ਕਹਿੰਦੇ ਸਨ ਪਾਂਡਵ ਕੀ ਲੱਗਦੇ ਨੇ, ਇਹਨਾਂ ਨੂੰ ਕਿਉਂ ਦਈਏ ਅਸੀਂ ਕੋਈ ਜ਼ਮੀਨ ਭੋਵੇਂ ਜਾਇਦਾਦ, ਇਹਨਾਂ ਦਾ ਕਿਆ ਮਤਲਬ ਬਣਦਾ ਹੈ। ਮੇਰੀ ਕੈਰਵ ਕਰਤੇ, ਜਿਹੜੇ ਕੈਰਵ ਮੇਰੀ ਕਰਦੇ ਸਨ ਵੀ ਸਾਡੇ ਕੋਲ ਰਾਜਪਾਟ, ਸਾਡੇ ਕੋਲ ਐਡੀ ਸ਼ਕਤੀ, ਸਾਡੇ ਕੋਲ ਛਤਰ ਸਿੰਘਾਸਨ ਧਰਤੀ ਸਾਰੀਆਂ ਚੀਜ਼ਾਂ ਨੇ। ਰਾਵਣ ਸੇ ਅਧਿਕਾਈ, ਸੱਚ ਦੁਰਜੋਧਨ ਵਰਗੇ ਭਰਾ ਕਹਿੰਦੇ ਸਨ। ਮੇਰੀ ਕੈਰਵ ਕਰਤੇ ਦੁਰਜੋਧਨ ਸੇ ਭਾਈ, 12 योजन छत्र चलै था देही गर्जन खाई। इस गल्लों बड़ा समझण दा यतन करना। एक योजन दे विच 4 मील हुंदे है ते 12 योजन 48 मील। जदों कुरुक्षेत्र दी जंग होई जे उसदे वेरवे पढ़ीए ना, ते जिहड़ी कौरवां दी सेवा फौज सी वो 48 मील के दायरे च खलोती हुई सी। एड्डी फौज सी उन्हां कोल। 48 मील का जिहड़ा दायरा सी उस फौज ने घेरिया होया सी कुरुक्षेत्र की जंग विच। बड़ा हंकार नाल फुले फिरदे सी कौरव। नाले साडे कोल दुर्योधन वर्गा भरा है। 12 योजन छत्र, उन्हां छत्र झुलदा सी, सेना सी, राजपाट सी उन्हां कोल। पर जदों कुरुक्षेत्र की जंग हुई, लोथां विच गईयां ते भगत नामदेव जी कहंदे ने देही गर्जन खाई, तां उत्थे कुरुक्षेत्र विच उन्हां दीयां पईयां लोथां नूं गिज्जा ने खाधा। कोई सामण वाला नहीं मिलिया। कई अदा विश्राम जां पढ़न लग्गियां गल करने देही गिरज ना खाई, गलत है। देही गिरजन खाई, उन्हां दे शरीरां नूं, उन्हां दीयां लोथां नूं गिज्झां ने खाधा। कोई उठाण वाला नहीं मिलिया। जिहड़े कहंदे सन कि 12 योजन पाओ 48 मील साडी फौज खलोती हुई है, एड्डी फौज दे असीं मालक हां, साडे सिर ते छत्र झुलदे है, एड्डे गुमान दे विच सन। फिर दूजी उदाहरण देंदे ने, कहंदे सर्व स्वयं की लंका होती रावण से अधकाई। अधकाई का अर्थ है बहुत बली राजा, बहुत ज़्यादा प्रभावशाली राजा रावण। तो उहदे कोल की सी, उसदी लंका सोने दी सी। सोना कहंदे लंका कड़ सोने का पया, मूरख रावण क्या ले गया। लंकागढ़ सोने का सी, उहदा किला सोने का सी, जिथे बैठ के वो राजपाट करता सी, अपने राज की हिफाजत करता सी, बचाउंदा सी। कोई हमला करे सोने दे गढ़ किले विच रहिंदा सी। पर भगत नामदेव जी कहंदे ने, कहंदे 12 कहने जिथे कि भगत नामदेव जी ने दुर्योधन का जिक्र किया, रावण का जिक्र किया, कहने सर्व सोयन की लंका होती रावण से अधकाई, कहाँ पहे दर बांधे हाथी। उहदे दरवाजे ते हाथी बने रहंदे सन, बूहे ते। खिन में पही पराई। एक खिन दे विच वो सोने की लंका जो श्वास निकल के पराई हो गई, दूजे दी बन गई। रावण हार गया, मारिया गया, ते अपनी ना रही। इस करके कबीर साहब जी ने, भगतां ने उन्हां दृश्यां नूं साडे सामने रखिया, वो दृष्टांत दे के सानूं समझाउण दा यतन कीता। होर भी बड़ी प्यारी गल कहंदे, दुर्वासा सो करत ठगोरी, जादव ए फल पाए, कृपा करी जन अपने ऊपर, नामदेव हर गुण गाए। भगत नामदेव कहते मैं तां वाहिगुरू के गुण गाउंदा क्यों मेरे उत्ते वाहिगुरू ने कृपा कर दी। मैनू गल समझ आ गई कि हमरो करता राम स्नेही, मेरा जिहड़ा मित्र है ना, साथ देण वाला है, इत्थे ते उत्थे अकाल पुरख वाहिगुरू है, वो वाहिगुरू परमेश्वर है। इस करके सानू समझाना चाहते ने, कहन लगे भगत कबीर साहब, रे बोरे
हे झल्ले मनुख कमले इंसान, तोहे घर ही ना रखे कोई। तू किसी भुलेखे विच, किसी ने तैनू घर विच नहीं रखना। तू कहें भी मैं बनाया घर, मैं बड़ी मेहनत की है, मैं दिन रात एक करके बड़ियां डूंघियां नीहां पटवा के घर बनाया। जिस घर च तू रहिंदा है ना, उस घर दे विच भगत कबीर साहब कहते तैनू किसी ने रखना नहीं है। जब बंदे नूं गल समझ आती है कि एक घर भी एक रैन बसेरा है, एक घर भी एक सरां है। जिवें सरां च असीं जाने आ, उत्थे कोई रजिस्ट्री नहीं है साडी, असीं एक दो दिन रह के आ जाते हैं। किसी रैन बसेरे च जाते हैं, एक दो दिन रह के वापस आ जाते हैं। ये संसार जिस घर च असीं रह रहे, वो भी एक रैन बसेरा है। जदों ये गल बंदे नूं अंदर अंतर आत्मे जाके चोट करती है। मैं फिर बेनती करां, मनुख उदों ही सुधरता है जदों कोई सट अंदर नूं बजदी है, ताई वो अपने मार्ग नूं सही करता है, सही मार्ग ते तुरदा। जिन्ना चिर मनुख दे हिरदे नूं कोई ये सट नहीं बजदी, जिंदगी विच कोई ऐसा पड़ा जां मोड़ नहीं आ जाता जदों बंदे नूं चेंज होने का मौका मिले। ये पड़ा आउंदे ने जिंदगी विच, ते उस वेले किते मनुख अपने आप नूं संभाल लवे, समझ लवे। गुरबाणी भी अंदर नूं सट मार रही है, बंदे नूं सुचेत कर रही है। जिहड़े कि संसार की इस अज्ञानता वस पै के और संसार नूं सਦੀव काली समझ के इस दे विच गलतान होए बैठे ने, उन्हां नूं गुरबाणी ये गल समझाना चाहती है। आखन लगे देख भी इत्थे तू सदीव नहीं रहना, इस करके एक काम कर, तू राम नाम जप सोई। सो रब का नाम जप, उही साथ निभाउण वाला है। जिन्हां नूं तू साथ निभाउण वाला समझना, उन्हां विचों कोई तेरा साथी नहीं है। जे तू चाहुंदा भी कोई साथ निभावे, कोई मेरा साथी बने, तो केवल एक अकाल पुरख वाहिगुरू जी का नाम है। उस तो बिना होर कोई साथ देने वाला नहीं, कोई साथी नहीं। पहले बंद विच बड़ी किरपा की भगत कबीर साहब जी ने, बड़ी प्यारी उदाहरण लैके सानू समझाने का यतन किया। आखन लगे, जब लग तेल दिवे मुख बाती, तब सोजै सब कोई। उदाहरण दे रहे हैं। आखन लगे जिमें दीवे विच तेल है, आओ कि जदों तक तेल है दीवे दे विच, मुख वाटी ते मुख दे विच वट्टी है, पाओ कि तेल पिया होया है, दीवे दे किनारे ते वट्टी पई हुई है, उन्ना चिर वो दीवा जग रहा है। तब सूझे सब कोई, तद तक घर विच हरेक चीज़ नज़री आउंदी है, नज़र पैंदी है, दिखाई देंदी है, क्योंकि चानन हो रहा है, सारा कुछ दिखाई दे रहा है। कहना ये चाहुंदे ने भगत कबीर साहब जी, कहते सच ये है, जदों तक तेरे शरीर विच श्वास हैं तो ये जिहड़ी जिंदगी है उन्ना चिर तक कायम है, तो तैनू हर एक चीज़ अपनी जापदी है। दीवा जगदा है तो हर एक चीज़ सुझदी है, दिखाई देंदी है, क्योंकि चानन है। जब तक श्वास ने मनुख की एक कमी है, उन्ना चिर तक मनुख हर एक चीज़ नूं अपनी जापदी है, नूं अपनी समझदा रहिंदा भी ये सारियां चीज़ां मेरियां ने। पर जिवें दीवा बुझ जाता है, घर दे विच पईयां होईयां चीज़ां चानन ना होण करके जदों हनेरा हो जाता है, तो कोई भी चीज़ दिखाई नहीं देती। कई बारी हनेरे विच मनुख आप विछाए बैड होर चीज़ां घर दे विच उन्हां विच ठोकरा खा खा के डिग्गी जाता, क्योंकि हनेरा हो गया है। आप ठोकरा अपने घर च खांदा है। भगत कबीर साहब ने एक दृश्य नूं पेश करदे साडे जीवन बारे दस्या। कहंदे जदों तक दीवे विच तेल है, उहदे दीवे विच वट्टी है, उदों तक हरेक चीज़ तैनूं नज़र आ रही, क्योंकि चानन हो रहा है। पर एक गल याद रखी, तेल जले बाती ठहरानी। जदों तेल ने सड़ जाना है, तेल सड़ जाए,
ਬੱਤੀ ਜਿਹੜੀ ਹੈ, ਵੱਟੀ ਜਿਹੜੀ ਹੈ, ਉਹ ਠਹਿਰ ਜਾਂਦੀ ਹੈ। ਤਾਂ ਕੀ ਹੁੰਦਾ ਹੈ? ਸੋਨਾ ਮੰਦਰ ਹੋਈ ਤਾਂ ਘਰ ਸੁੰਝਾ ਹੋ ਜਾਂਦਾ ਹੈ, ਭਾਵ ਕਿ ਹਨੇਰਾ ਹੀ ਹਨੇਰਾ ਹੋ ਜਾਂਦਾ, ਕੁਝ ਦਿਖਾਈ ਨਹੀਂ ਦਿੰਦਾ। ਇੰਝ ਲੱਗਦਾ ਹੈ ਜਿਵੇਂ ਕੋਈ ਸੁੰਨਸਾਨ ਜਗ੍ਹਾ ਹੋਵੇ। ਚਾਨਣ ਕਰਕੇ ਤਾਂ ਕੁਛ ਨਜ਼ਰ ਆ ਰਿਹਾ ਨਾ, ਇੱਥੇ ਹਨੇਰਾ ਕਰ ਦੋ ਸੁੰਨਸਾਨ ਜਗ੍ਹਾ। ਚਾਨਣ ਕਰਕੇ ਤਾਂ ਅਸੀਂ ਇੱਕ ਦੂਜੇ ਨੂੰ ਦੇਖ ਪਾ ਰਹੇ ਨਾ। ਬਿਲਕੁਲ ਘੁੱਪ ਹਨੇਰਾ ਹੋ ਜਾਵੇ ਅਤੇ ਇਹ ਸੁੰਨੀ ਥਾਂ ਹੈ ਜਿੱਥੇ ਕੋਈ ਨਹੀਂ ਰਹਿੰਦਾ। ਕਹਿੰਦੇ ਨੇ ਇਹ ਮੰਦਰ, ਇਹ ਘਰ ਜਦੋਂ ਦੀਵਾ ਬੁਝ ਜਾਂਦਾ ਹੈ ਤਾਂ ਉਹ ਬਿਲਕੁਲ ਹਨੇਰੇ ਵਿੱਚ ਡੁੱਬ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਸਰੀਰ ਵਿੱਚ ਜਦੋਂ ਤੱਕ ਸਵਾਸ ਨੇ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਮਿੱਤਰਾ ਇੱਕ ਗੱਲ ਯਾਦ ਰੱਖੀ, ਜ਼ਿੰਦਗੀ ਕਾਇਮ ਹੈ ਤਦ ਤੱਕ ਹਰ ਇੱਕ ਚੀਜ਼ ਤੈਨੂੰ ਆਪਣੀ ਲੱਗ ਰਹੀ ਹੈ, ਪਰ ਜਦ ਸਵਾਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁਝ ਜਾਏ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ। ਸਰੀਰ ਇਕੱਲਾ ਨਹੀਂ ਹੈ, ਹੁਣ ਸਰੀਰ ਦਾ ਪਰਿਵਾਰ ਹੈ। ਇੱਕ ਪਰਿਵਾਰ ਉਹ ਜਿਸ 'ਚ ਅਸੀਂ ਰਹਿੰਦੇ, ਇੱਕ ਪਰਿਵਾਰ ਇਹ ਸਰੀਰ ਹੈ, ਇਸ ਦਾ ਪਰਿਵਾਰ ਅੱਖਾਂ ਨੇ, ਕੰਨ ਹੈ, ਨੱਕ ਹੈ, ਇਹ ਸਾਰੀਆਂ ਚੀਜ਼ਾਂ ਪਰਿਵਾਰ ਦਾ ਹਿੱਸਾ ਹੈ। ਸਾਡਾ ਅਸਲ ਪਰਿਵਾਰ ਹੀ ਇਹ ਹੈ। ਅੱਜ ਜਦੋਂ ਮੈਂ ਰਹਿਰਾਜ ਸਾਹਿਬ ਦਾ ਪਾਠ ਕਰ ਰਿਹਾ ਸੀ, ਮੇਰੇ ਮਨ 'ਚ ਇੱਕ ਖਿਆਲ ਆਇਆ ਵੀ ਅਸੀਂ ਕਰਦੇ ਹਾਂ ਸੁਖੀ ਵਸੈ ਮੋਰੂ ਪਰਿਵਾਰਾ, ਪਰ ਮੇਰਾ ਪਰਿਵਾਰ ਤਾਂ ਇਹ ਅੱਖਾਂ ਨੇ, ਮੇਰਾ ਪਰਿਵਾਰ ਤਾਂ ਇਹ ਕੰਨ ਹੈ, ਮੇਰਾ ਪਰਿਵਾਰ ਤਾਂ ਇਹ ਮੁੱਖ ਹੈ। ਕਿ ਅਸੀਂ ਆਪਣੇ ਇਸ ਪਰਿਵਾਰ ਦੀ ਸੁਖੀ ਰਹਿਣ ਵਾਸਤੇ ਕਾਮਨਾ ਕਰਦੇ ਹਾਂ? ਮਾਫ਼ ਕਰਨਾ, ਜੇ ਇਹ ਪਰਿਵਾਰ ਦੇ ਮੈਂਬਰ ਸੁਖੀ ਨਹੀਂ ਹਨ ਤਾਂ ਜਿਸ ਘਰ ਪਰਿਵਾਰ 'ਚ ਰਹਿੰਦੇ ਉਸ ਦੇ ਵਿੱਚ ਵੀ ਸੁੱਖ ਕੋਈ ਨਹੀਂ ਹੈ। ਸੁੱਖ ਅੰਦਰੋਂ ਸ਼ੁਰੂ ਹੋਣਾ ਹੈ। ਸੁੱਖ ਆਪਣੇ ਸਰੀਰ ਦੇ ਇੰਦਰੀਆਂ ਤੋਂ, ਜਿਹੜੇ ਸਾਡੇ ਸਾਥੀ ਨੇ, ਪਰਿਵਾਰ ਦੇ ਮੈਂਬਰ ਨੇ, ਇਸ ਘਰ ਦੇ ਜੀਅ ਨੇ, ਉਹ ਸੁਖੀ ਹੋ ਜਾਣ। ਪਰ ਅੱਖਾਂ ਪਰਾਏ ਰੂਪ ਦੇਖ ਕੇ ਰਜਦੀਆਂ ਨਹੀਂ, ਇਹ ਸੁਖੀ ਨਹੀਂ ਹਨ। ਕੰਨ ਨਿੰਦਾ ਸੁਣ ਕੇ ਰਜਦੇ ਨਹੀਂ, ਇਹ ਸੁਖੀ ਨਹੀਂ ਹਨ। ਸਾਡਾ ਸਾਰਾ ਸਰੀਰ ਜੋ ਹੈ ਸੁਖੀ ਨਹੀਂ ਹੈ। ਵਾਸਨਾਵਾਂ ਨੂੰ ਭੋਗ ਕੇ ਅਜੇ ਹੋਰ ਭੋਗਣਾ ਚਾਹੁੰਦਾ, ਸੁਖੀ ਨਹੀਂ ਹੈ, ਅਜੇ ਇਹ ਰਜਿਆ ਨਹੀਂ ਹੈ। ਸੁੱਖ ਕਿੱਥੇ? ਜਿੱਥੇ ਰਜੇਵਾ ਆ ਜਾਏ। ਅਸੀਂ ਤਾਂ ਹੀ ਕਹਿੰਦੇ ਨਾ ਵੀ ਸੁੱਖ ਕਿੱਥੇ ਹੈ? ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਤੇ ਇਹ ਸਰੀਰ ਦੇ ਇੰਦਰੇ ਸੁਖੀ ਨਹੀਂ ਹਨ। ਇਸ ਕਰਕੇ ਦੇਖਦੇ ਹਾਂ ਅਸੀਂ, ਬੰਦਾ ਅੰਦਰੋਂ ਕਲਪ ਰਿਹਾ, ਦੁਖੀ ਹੋ ਰਿਹਾ, ਸੜ ਰਿਹਾ, ਈਰਖਾ ਕਰ ਰਿਹਾ, ਨਫ਼ਰਤ ਕਰ ਰਿਹਾ। ਗੁਆਂਢੀ ਕੋਲ ਇਹ ਕਿਉਂ ਹੋ ਗਿਆ, ਇਹ ਕੀ ਹੋਇਆ, ਘਰ ਦੇ ਜੀ ਇੱਦਾਂ ਕਿਉਂ ਕਰ ਰਹੇ ਹਨ? ਕਿਉਂ? ਕਿਉਂਕਿ ਆਪ ਅੰਦਰ ਆਪਣੇ ਜੀਵਨ ਨੂੰ ਉਸਨੇ ਸੁਖੀ ਨਹੀਂ ਕੀਤਾ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ, ਕਦੀ ਆਪਣੇ ਸਰੀਰ ਦੇ ਪਰਿਵਾਰ ਦੀ ਵੀ ਗੱਲ ਕਰ ਲਿਆ ਕਰੋ। ਕੇਵਲ ਜਿਸ ਪਰਿਵਾਰ 'ਚ ਰਹਿੰਦੇ ਉਸ ਦੀ ਗੱਲ ਨਾ ਸਮਝਿਆ ਕਰੋ। ਸੁਖੀ ਵਸੈ ਮੋਰੂ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦਾ ਕਰੀਐ। ਹੇ ਸੱਚੇ ਪਾਤਸ਼ਾਹ, ਮੇਰੇ ਸਰੀਰ ਦੀ, ਮੇਰੇ ਜੀਵਨ ਦੀ ਤੁਸੀਂ ਰੱਖਿਆ ਕਰੋ, ਕਿਉਂਕਿ ਇਹ ਵਿਕਾਰਾਂ ਵਿੱਚ ਡੁੱਬ ਰਿਹਾ ਹੈ, ਇਹ ਹਰ ਰੋਜ਼ ਮਰ ਰਿਹਾ ਹੈ, ਇਹਦੀ ਰੱਖਿਆ ਕਰੋ। ਖੈਰ, ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਤੱਕ ਸੰਸਾਰ ਦੇ ਵਿੱਚ ਸਾਡੇ ਸਵਾਸ ਨੇ, ਇਹ ਸਰੀਰ ਦੇ ਵਿੱਚ ਸਵਾਸ ਨੇ, ਅਤੇ ਸਰੀਰ ਦੇ ਨਾਲ ਅੱਖਾਂ, ਕੰਨ, ਨੱਕ ਸਾਰਾ ਕੁਝ ਕੰਮ ਕਰ ਰਿਹਾ, ਪਰ ਜਦੋਂ ਸਵਾਸ ਨਿਕਲ ਗਏ ਤਾਂ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ। ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਜ਼ਬਾਨ ਬੋਲ ਨਹੀਂ ਸਕਦੀ, ਹੱਥ ਪੈਰ ਹਿਲ ਨਹੀਂ ਸਕਦੇ, ਸਰੀਰ ਇਕੱਲਾ ਰਹਿ ਗਿਆ। ਕਬੀਰ ਸਾਹਿਬ ਕਹਿੰਦੇ ਨੇ, ਦੇਖ ਇਹ ਸੁੰਨਾ ਮੰਦਰ ਹੋ ਗਿਆ। ਫਿਰ ਕਹਿੰਦੇ ਤੈਨੂੰ ਹੋਰ ਭੁਲੇਖਾ ਹੋਵੇ ਤੇ ਗੱਲ ਤੈਨੂੰ ਸਮਝਾ ਦੇਣਾ ਚਾਹੁੰਦਾ। ਕਹਿਣ ਲੱਗੇ, ਕਾਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਕਹਿੰਦੇ ਇੱਥੇ ਦੱਸੋ ਕਿਸ ਦੀ ਮਾਂ, ਕਿਸ ਦਾ ਪਿਓ, ਤੇ ਕਵਨ ਪੁਰਖ ਕੀ ਜੋਈ। ਕਵਨ ਦਾ ਕਿਸ ਦੀ, ਪੁਰਖ ਦਾ ਅਰਥ ਹੈ ਕਿਸ ਮਨੁੱਖ ਦੀ, ਜੋਈ ਦਾ ਅਰਥ ਹੈ ਇਸਤਰੀ। ਮੈਂ ਇਸ ਨੂੰ ਇੱਦਾਂ ਅਰਥ ਕਰਦਾ, ਕਿਸ ਦੀ ਇਸਤਰੀ ਅਤੇ ਕਿਸ ਦਾ ਪੁਰਸ਼, ਪਤੀ। ਕਹਿਣ ਲੱਗੇ, ਕਹਿੰਦੇ ਘਟ ਫੂਟੇ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਜਦੋਂ ਸਰੀਰ ਰੂਪੀ ਭਾਂਡਾ ਭਜਦਾ ਹੈ ਤਾਂ ਕੋਈ ਇਸ ਦੀ ਬਾਤ ਨਹੀਂ ਪੁੱਛਦਾ। ਦੇਖੋ ਨਾ, ਹੈਰਾਨੀ ਦੀ ਗੱਲ, ਇਹ ਉਹੀ ਸਰੀਰ ਹੈ ਜਿਹੜਾ ਅੱਜ ਤੱਕ ਸਾਡੇ ਵਿੱਚ ਸੀ। ਅਸੀਂ ਇੱਦਾਂ ਰਹਿੰਦੇ ਹੋਏ ਕਈ ਆਸਾਂ ਲਾਈ ਬੈਠੇ ਸਾਂ
ਵੀ ਇਹ ਸਰੀਰ ਸਾਨੂੰ ਇਹ ਧਨ ਕਮਾ ਕੇ ਦਿੰਦਾ, ਪਦਾਰਥ ਕਮਾ ਕੇ ਦਿੰਦਾ। ਅਸੀਂ ਇੱਕ ਦੂਜੇ ਕੋਲੋਂ ਸੁੱਖ ਦੀ ਆਸ ਰੱਖਦੇ ਹਾਂ। ਇੱਕ ਪਤੀ ਘਰ ਦੇ ਕੰਮ ਦੇਖ ਕੇ ਆਪਣੀ ਪਤਨੀ ਵੀ ਇਹ ਸੁੱਖ ਦੇ ਰਹੀ ਹੈ। ਇੱਕ ਪਤਨੀ ਵੀ ਘਰ ਕਮਾਉਣ ਵਾਸਤੇ ਜਾਂਦਾ, ਕਮਾ ਕੇ ਲੈ ਕੇ ਆਉਂਦਾ, ਪਰਿਵਾਰ ਨੂੰ ਸੁੱਖ ਦੇ ਰਿਹਾ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ। ਅਸੀਂ ਇੱਕ ਦੂਜੇ ਨੂੰ ਬੜੇ ਨੇੜੇ ਹੋ ਕੇ ਦੇਖਦੇ ਹਾਂ ਔਰ ਇੱਕ ਦੂਜੇ ਦੇ ਉੱਤੇ ਸੁੱਖ ਦੀ ਆਸ ਰੱਖਦੇ ਹਾਂ। ਪਰ ਦੇਖੋ, ਸੁੱਖ ਜਿਨ੍ਹਾਂ ਦੀ ਆਸ ਲਾ ਕੇ ਇੱਕ ਦੂਜੇ ਦੇ ਉੱਤੇ ਰੱਖੀ ਸੀ, ਲੰਬੇ ਜੀਵਨ ਦੀ ਕਾਮਨਾ ਕੀਤੀ ਸੀ। ਕਈ ਬੰਦੇ ਕਹਿੰਦੇ ਵੀ ਅਸੀਂ 7 ਜਨਮ ਇਕੱਠੇ ਰਹੀਏ। ਮੈਂ ਕਹਿੰਦਾ ਤੁਸੀਂ 7 ਜਨਮਾਂ ਦੀ ਗੱਲਾਂ ਕਰੋ, ਜਦੋਂ ਬੰਦੇ ਦੇ ਪ੍ਰਾਣ ਨਿਕਲਦੇ ਨੇ 7 ਘੜੀਆਂ ਰੱਖਣਾ ਬੰਦੇ ਨੂੰ ਔਖਾ ਹੈ। 7 ਜਨਮ ਤਾਂ ਤੁਸੀਂ ਛੱਡੋ ਗੱਲ। ਉਸ ਵੇਲੇ ਹੀ ਕੀ ਹੁੰਦਾ ਹੈ, ਕਬੀਰ ਸਾਹਿਬ ਕਹਿੰਦੇ ਨੇ, ਕੌਣ ਕਿਸੇ ਦਾ ਮੈਨੂੰ ਦੱਸੋ ਤੇ ਸਹੀ। ਵੀ ਕਿਸੇ ਦੀ ਕੋਈ ਮਾਂ ਹੋਵੇ, ਕਿਸੇ ਦਾ ਪਿਓ ਹੋਵੇ, ਕਿਸੇ ਦੀ ਕੋਈ ਵਹੁਟੀ ਹੋਵੇ, ਪਤੀ ਹੋਵੇ, ਪਤਨੀ ਹੋਵੇ, ਜਦੋਂ ਭਾਂਡਾ ਟੁੱਟ ਜਾਂਦਾ ਹੈ ਤਾਂ ਇਸ ਦੀ ਕੋਈ ਬਾਤ ਨਹੀਂ ਪੁੱਛਦਾ। ਕਹਿੰਦੇ ਘਟ ਫੂਟੇ ਕੋ ਬਾਤ ਨਾ ਪੁੱਛਿਆ। ਜਦੋਂ ਘਟ ਇਹ ਭਾਂਡਾ ਟੁੱਟ ਜਾਂਦਾ ਕੋਈ ਗੱਲ ਨਹੀਂ ਪੁੱਛਦਾ। ਫਿਰ ਕੀ ਹੁੰਦਾ, ਕਾਢੋ ਕਾਢੋ ਹੋਈ। ਤਦੋਂ ਇਹੀ ਪਿਆ ਹੁੰਦਾ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ, ਕਹਿੰਦੇ ਇਸ ਨੂੰ ਛੇਤੀ ਬਾਹਰ ਕੱਢੋ। ਕੋਈ ਇਹ ਨਹੀਂ ਕਹਿ ਰਿਹਾ, ਕੋਈ ਨਹੀਂ, ਇਸ ਬੰਦੇ ਨੇ ਘਰ ਬਣਾਇਆ ਸੀ, ਇੰਨਾ ਕੁਝ ਸੁੱਖ ਬੱਚਿਆਂ ਨੂੰ ਦਿੱਤਾ, ਕੋਈ ਨਹੀਂ ਇੱਕ ਦਿਨ ਰੱਖ ਲੈਂਦੇ। ਕਿਸੇ ਸੁਣਿਆ ਵੀ ਇੱਕ ਦਿਨ ਰੱਖ ਲੈਂਦੇ, ਕਿਤੇ ਮਜਬੂਰੀ ਹੋਵੇ ਤਾਂ ਰੱਖ ਲਈਏ, ਤਾਂ ਗੱਲ ਵੱਖਰੀ ਹੈ। ਉਸ ਤਰ੍ਹਾਂ ਤੇ ਕੋਈ ਰੱਖਣ ਵਾਲਾ ਨਹੀਂ ਤਾਂ ਉਸ ਤਰ੍ਹਾਂ ਦਾ ਕੋਈ ਨਹੀਂ ਰੱਖਦਾ। ਕੋਈ ਹਾਂ ਕੋਈ ਖਾਸ ਮਜਬੂਰੀ ਹੈ ਵੀ ਬੱਚੇ ਵਿਦੇਸ਼ ਗਏ ਨੇ, ਅਗਨੀ ਦੇਣ ਵਾਲਾ ਕੋਈ ਨਹੀਂ, ਚਲੋ ਬੱਚੇ ਆ ਜਾਣਗੇ, ਪੁੱਤਰ ਆ ਜਾਏਗਾ, ਅਗਨ ਭੇਟ ਕਰੇਗਾ, ਉਹ ਵੀ ਰਸਮੀ ਤੌਰ ਤੋਂ ਹੈ, ਉਹ ਵੀ ਰਸਮੀ ਹੈ ਕੇਵਲ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਇਹ ਸੰਸਾਰ ਦੀ ਅਸਲੀਅਤ ਹੈ ਕਿ ਹਰ ਪਾਸੋਂ ਆਵਾਜ਼ ਆ ਰਹੀ ਹੁੰਦੀ ਹੈ ਵੀ ਛੇਤੀ ਕਰੋ, ਇਸ ਨੂੰ ਬਾਹਰ ਕੱਢੋ, ਕਿਉਂਕਿ ਕੋਈ ਘਰ ਦੇ ਵਿੱਚ ਰੱਖਣ ਵਾਸਤੇ ਤਿਆਰ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਦਿਨ ਤੇ ਪਹਿਰ, ਪੈਰ ਤੇ ਘੜੀਆਂ, ਆਪ ਘਟੈ ਤਨ ਛੀਜੈ। ਦਿਨ ਤੇ ਪਹਿਰ, ਪੈਰ ਤੇ ਘੜੀਆਂ, ਆਪ ਘਟੈ ਤਨ ਛੀਜੈ। ਮਨੁੱਖ ਦੀ ਉਮਰ ਘਟਦੀ ਜਾ ਰਹੀ ਹੈ, ਕਾਲ ਸਿਰ 'ਤੇ ਪਿਆ ਮੰਡਰਾ ਰਿਹਾ ਹੈ, ਅਤੇ ਉੱਥੇ ਜਿਤਨੇ ਵੀ ਘਰ ਦੇ ਰਿਸ਼ਤੇ ਨਾਤੇ ਨੇ ਅਤੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਸਾਥੀ ਨਹੀਂ ਉਸ ਵੇਲੇ। ਫਿਰ ਕਿਉਂਕਿ 100 ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਧ ਬੰਤਾ, ਕਹੋ ਕਉ ਹੈ ਕਾਕਾ। ਦੱਸ ਕਿਸ ਦਾ ਹੈ, ਕਬੀਰ ਸਾਹਿਬ ਕਹਿੰਦੇ ਵੀ ਜਿਹਦੇ ਨਾਲ ਤੂੰ ਇਤਨਾ ਸਨੇਹ ਬਣਾ ਕੇ ਬੈਠਾ ਸੀ, ਪਿਆਰ ਬਣਾ ਕੇ, ਕਿਸ ਦਾ ਹੈ, ਕੌਣ ਇੱਥੇ। ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਕਿ ਇਹ ਜਿਹੜੇ ਰਿਸ਼ਤੇ ਨਾਤੇ ਨੇ ਨਾ, ਮਾਤ ਪਿਤਾ ਬੰਤਾ ਸੁਤ ਬੰਧਵ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਾਈ। ਅੰਤ ਵੇਲੇ ਕੋਈ ਕਿਹਦਾ ਸਾਥੀ ਨਹੀਂ, ਕੋਈ ਕਿਹਦਾ ਮਦਦਗਾਰ ਨਹੀਂ ਹੈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾਹਾ ਕਰਤ ਵਿਹਾਨੀ, ਅਬਦੈ ਤਾਮੈ ਸੰਤੋਖ ਨਾ ਪਾਇਆ। ਹਸਤ ਰਥ ਅਸਬ ਪਵਨ ਤੇਜ, ਧਨੀ ਪੁਹਮਨ ਚਤਰਾਂਗਾ। ਮਹਾਰਾਜ ਕਹਿੰਦੇ ਸੰਗ ਨਾ ਚਾਲਿਓ, ਇਨ ਮੈਂ ਕਛਵੈ ਊਠ ਸਿਧਾਇਓ ਨਾਂਗਾ। ਹੈ ਕੋਈ ਸਾਥ ਜਾਣ ਵਾਲਾ? ਭੁਲੇਖੇ ਤੋਂ ਸਿਵਾ ਕਬੀਰ ਸਾਹਿਬ ਕਹਿੰਦੇ ਹੋਰ ਤੇਰੇ ਕੋਲ ਪੱਲੇ ਹੈ ਵੀ ਕਿ ਤੂੰ ਭੁਲੇਖੇ 'ਚ ਪਿਆ ਹੋਇਆ, ਕਿਸੇ ਭੁਲੇਖੇ ਵਿੱਚ ਜੀ ਰਿਹਾ। ਕਬੀਰ ਸਾਹਿਬ ਇਹ ਨਹੀਂ ਕਹਿ ਰਹੇ ਵੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਉਠਾਉਣੀਆਂ, ਪਰਿਵਾਰ 'ਚ ਜੋ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ, ਇਹ ਨਹੀਂ ਕਹਿ ਰਹੇ। ਪਰਿਵਾਰ ਨੂੰ ਵਰਤਣਾ ਹੈ, ਪਰਿਵਾਰ 'ਚ ਰਹਿਣਾ, ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ। ਪਰ ਇਸ ਅਸਲੀਅਤ ਤੋਂ ਜਾਣੂ ਰਹੀਏ ਕਿ ਇੱਥੇ ਸੰਸਾਰ ਵਿੱਚ ਸਾਰਾ ਕੁਝ ਕਰਦੇ ਹੋਏ ਆਪਾਂ ਰਹਿਣਾ ਨਿਰਲੇਪ ਹੈ। ਇੱਥੇ ਖਚਿਤ ਨਹੀਂ ਹੋਣਾ, ਕਿਉਂਕਿ ਜਿਤਨੀ ਪਕੜ ਸੰਸਾਰ ਦੀ ਹੋਵੇਗੀ, ਮਾਫ਼ ਕਰਨਾ ਛੱਡਣ ਲੱਗਿਆ ਉਤਨਾ ਹੀ ਦੁੱਖ ਜ਼ਿਆਦਾ ਹੁੰਦਾ ਹੈ। ਸੱਚਾਈ ਤਾਂ ਇਹ ਹੈ, ਜਿਤਨੀ ਪਕੜ ਧਨ ਦੀ, ਪਰਿਵਾਰ ਦੀ, ਪਦਾਰਥਾਂ ਦੀ ਹੋਵੇਗੀ ਤੇ ਛੱਡਣਾ ਬੜਾ ਔਖਾ ਹੈ। ਫਿਰ ਕਿਉਂਕਿ ਉਹਨੂੰ ਭੁਲੇਖਾ ਪਿਆ ਹੋਇਆ ਵੀ ਇਤਨਾ ਕੁਛ ਮੇਰੇ ਕੋਲ ਹੈ, ਭਾਵੇਂ ਛੱਡਣਾ ਹੈ, ਪਰ ਜਿਤਨੀ ਚੀਜ਼ਾਂ ਜ਼ਿਆਦਾ ਇਕੱਠੀ ਕਰਕੇ ਰੱਖਾਂਗੇ ਨਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਬਚਨ ਆਉਂਦਾ ਹੈ ਜੀ, ਸੋਹੀ ਰਾਗ ਦੇ ਅੰਦਰ ਵਾਰ ਹੈ ਮਹਾਰਾਜ ਤੀਜੇ ਪਾਤਸ਼ਾਹ ਦੀ, ਉਹਦੇ ਵਿੱਚ ਗੁਰੂ ਸਾਹਿਬ ਦਾ ਸਲੋਕ ਹੈ ਦੂਜੇ ਪਾਤਸ਼ਾਹ ਦਾ। ਮਹਾਰਾਜ ਕਹਿੰਦੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੇ ਸਮਝ ਲਿਆ ਕਿ ਅਸੀਂ ਇੱਥੋਂ ਚਲੇ ਜਾਣਾ ਹੈ, ਉਹ ਸੰਸਾਰ ਵਿੱਚ ਆ ਕੇ ਇੱਥੇ ਖਿਲਾਰੇ ਨਹੀਂ ਖਿਲਾਰਦੇ। ਵਿਸਥਾਰ ਦਾ ਅਰਥ ਕੀ ਹੈ? ਖਿਲਾਰੇ ਖਿਲਾਰ ਲੈਣੇ।
ਮੇੜ ਤੇੜਦੇ ਐਵੇਂ ਹੋਰ ਦੂਜੇ ਤੀਜੇ ਪੰਗੇ ਪਾਏ ਰੱਖਣੇ, ਇੱਕ ਦੂਜੇ ਨਾਲ ਨਫ਼ਰਤ ਕਰਕੇ ਰੱਖਣੀ, ਇੱਕ ਦੂਜੇ ਨਾਲ ਬੋਲਣਾ ਨਹੀਂ, ਗੱਲਬਾਤ ਨਹੀਂ ਕਰਨੀ, ਇੱਕ ਦੂਜੇ ਨੂੰ ਮਾੜਾ ਹੀ ਕਹੀ ਜਾਣਾ। ਇਹ ਖਿਲਾਰੇ ਹੀ ਨੇ, ਹੋਰ ਕੀ ਕਰਕੇ ਬੈਠੇ ਅਸੀਂ ਤੇ। ਅਸੀਂ ਸਮਾਜ 'ਚ ਦੇਖਦੇ ਹੀ ਹਾਂ ਸਾਰਾ ਕੁਝ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਜਿੰਨੀ ਚੱਲਨ ਜਾਣਿਆ ਸੇ ਕਿਉ ਕਰੈ ਵਿਥਾਰ, ਚੱਲਨ ਸਾਰ ਨ ਜਾਣਨੀ ਕਾਜ ਸਵਾਰਨ ਹਾਰ। ਜਿਹਨੂੰ ਚੱਲਣ ਦੀ ਸਾਰ ਹੀ ਨਹੀਂ ਵੀ ਚਲੇ ਜਾਣਾ ਹੈ, ਉਹ ਸੰਸਾਰ ਦੇ ਕਾਜ ਸਵਾਰਨ 'ਚ ਲੱਗੇ ਹੋਏ ਨੇ। ਪਰ ਇੱਥੋਂ ਜਾਣਾ ਹੈ ਇਕੱਲੇ ਕਾਜ ਸਵਾਰਨ ਵਾਸਤੇ ਨਹੀਂ ਆਏ। ਕਾਜ ਸਵਾਰਦੇ ਇਹ ਚੇਤਾ ਰੱਖੀਏ ਕਿ ਇੱਥੋਂ ਪਤਾ ਨਹੀਂ ਕਦੋਂ ਸੱਦਾ ਆ ਜਾਣਾ, ਕਾਜ ਵਿੱਚ ਹੀ ਨਾ ਰਹਿ ਜਾਵਾਂ। ਜਿਹੜਾ ਕਾਰਜ ਕਰਨ ਆਇਆ ਉਹ ਵੀ ਕਾਰਜ ਕਰਾਂ। ਨਾਲੇ ਐਸਾ ਵੀ ਨਹੀਂ ਹੈ ਵੀ ਸਾਡੇ ਬਗੈਰ ਕਾਰਜ ਨਹੀਂ ਹੋਣਗੇ ਸੰਸਾਰ ਦੇ। ਜਦ ਅਸੀਂ ਨਹੀਂ ਸੀ ਤਾਂ ਸੰਸਾਰ ਚੱਲ ਰਿਹਾ ਸੀ, ਅਸੀਂ ਹਾਂ ਤਾਂ ਵੀ ਚੱਲਦਾ, ਅਸੀਂ ਨਹੀਂ ਹੋਵਾਂਗੇ ਤਾਂ ਵੀ ਇਹ ਚੱਲਦਾ ਰਹਿਣਾ। ਇਹ ਭੁਲੇਖੇ 'ਚ ਨਹੀਂ ਰਹਿਣਾ ਵੀ ਸਾਡੇ ਕਰਕੇ ਚੱਲ ਰਿਹਾ ਸਾਰਾ ਕੁਝ, ਵੀ ਅਸੀਂ ਨਾ ਹੋਈਏ ਤਾਂ ਤੁਹਾਨੂੰ ਰੋਟੀ ਨਹੀਂ ਮਿਲਣੀ। ਕਿਤਨੇ ਲੋਕ ਨੇ ਜਿਹੜੇ ਇਹ ਗੱਲ ਕਹਿੰਦੇ। ਕਬੀਰ ਸਾਹਿਬ ਉਹ ਜਿਹੜਾ ਸਾਡੀ ਮੱਤ ਦੇ ਉੱਤੇ ਇੱਕ ਪਰਦਾ ਪਿਆ ਨਾ, ਉਸ ਨੂੰ ਹਟਾਉਣਾ ਚਾਹੁੰਦੇ ਆ ਵੀ ਇਹ ਮੱਤ ਦਾ ਪਰਦਾ ਹਟਾ ਕੇ ਸੱਚ ਨੂੰ ਸਮਝਣ ਦਾ ਯਤਨ ਕਰ। ਸੱਚ ਕੀ ਹੈ, ਜੀਵਨ ਦੀ ਅਸਲੀਅਤ ਕੀ ਹੈ, ਇਸ ਨੂੰ ਥੋੜ੍ਹਾ ਨੇੜੇ ਹੋ ਕੇ ਵੇਖਣ ਦਾ ਯਤਨ ਕਰ। ਫਿਰ ਅੱਗੇ ਵਚਨ ਕਰਦੇ ਨੇ, ਆਖਣ ਲੱਗੇ ਜਦੋਂ ਕਿ ਦੇਖ ਤੇਰੇ ਸਵਾਸ ਨਿਕਲ ਜਾਣੇ ਨੇ, ਘਰ 'ਚ ਰੱਖਣਾ ਕੋਈ ਨਹੀਂ। ਸਾਰਿਆਂ ਨੇ ਕਹਿੰਦਾ ਹੁਣ ਛੇਤੀ ਕੱਢੋ, ਹਰ ਪਾਸੇ ਆਵਾਜ਼ ਆਉਣੀ ਹੈ। ਔਰ ਸਮਾਜ 'ਚ ਵਿਚਰਦਿਆਂ ਮੈਨੂੰ ਬੜੀ ਹੈਰਾਨੀ ਹੁੰਦੀ ਹੈ, ਕਿਉਂਕਿ ਮੇਰਾ ਨਿੱਤ ਦਾ ਵਾਹ ਪੈਂਦਾ ਹੈ। ਲੋਕ ਟਾਈਮ 2 ਵਜੇ ਦਾ ਦਿੰਦੇ ਨੇ ਵੀ 2 ਵਜੇ ਘਰੋਂ ਚੱਲਣਾ ਅਤੇ 1 ਵਜੇ ਚੱਲ ਪੈਂਦੇ। ਵੀ ਐਡੀ ਵੀ ਕਿਹੜੀ ਕਾਹਲੀ, ਜੇ ਤੁਸੀਂ ਲੋਕਾਂ ਨੂੰ 2 ਵਜੇ ਦਾ ਟਾਈਮ ਦਿੱਤਾ, ਇਤਨਾ ਤਾਂ ਇੰਤਜ਼ਾਰ ਕਰ ਲਓ। ਉਹ ਬੰਦਾ ਜਿਹੜਾ ਘਰ 'ਚ ਕੋਈ ਭੂਤ ਪ੍ਰੇਤ ਨਹੀਂ ਬਣ ਗਿਆ ਹੈ, ਸਿਰਫ ਹਾਂ ਉਹਦੇ ਸਵਾਸ ਨਿਕਲ ਗਏ, ਪਰ ਉਹ ਸਰੀਰ ਜਿਹੜਾ ਇੱਕ ਲੋਥ, ਇੱਕ ਜਿਹੜੀ ਬੋਡੀ ਹੈ, ਉਹ ਇੱਥੇ ਸਾਰਾ ਕੁਝ ਕਰਕੇ ਗਈ ਹੈ ਅਤੇ ਉਸ ਨੂੰ ਤੁਸੀਂ ਰੱਖਣ ਲੱਗਿਆਂ ਵੀ ਇਤਨੀ ਕਾਹਲੀ ਕਰ ਦਿਓ। ਔਰ ਜਦੋਂ ਆਖੋ ਵੀ ਤੁਸੀਂ 2 ਵਜੇ ਦਾ ਟਾਈਮ ਦਿੱਤਾ, ਕਹਿੰਦੇ ਵੀ ਜੋ ਰਿਸ਼ਤੇਦਾਰ ਕਾਲੇ ਪੈ ਗਏ ਸਨ ਵੀ ਛੇਤੀ ਕਰੋ। ਹੁਣ ਜੀ ਸਾਰੇ ਆ ਗਏ ਤਾਂ ਉਡੀਕ ਨਹੀਂ। ਜਦ ਤੁਸੀਂ ਪਤਾ ਵੀ ਬੰਦਾ ਸਾਰੇ ਆ ਗਏ, ਕਿਸੇ ਬੰਦੇ ਮੰਨ ਲਓ ਦੂਰੋਂ ਆਉਣਾ ਅਤੇ ਉਹ 1 ਘੰਟਾ ਪਹਿਲਾਂ ਪਹੁੰਚ ਗਿਆ, ਉਸਦਾ ਅਰਥ ਨਹੀਂ ਵੀ 1 ਘੰਟਾ ਪਹਿਲਾਂ ਪਹੁੰਚ ਗਿਆ ਅਤੇ ਟਾਈਮ ਚੇਂਜ ਕਰ ਲਈਏ। ਜਦੋਂ ਸਾਰਿਆਂ ਨੂੰ ਅਸੀਂ ਟਾਈਮ ਦੇ ਚੁੱਕੇ ਹਾਂ ਅਤੇ ਉਸ ਟਾਈਮ 'ਚ ਪਰਪੱਕ ਰਹੀਏ। ਪਰ ਅਸੀਂ ਦੇਖਦੇ ਕਿ ਨਹੀਂ, ਇੱਦਾਂ ਦੀ ਗੱਲ ਹੈ। ਇਹ ਗੱਲ ਜਿਹੜੀ ਕਬੀਰ ਸਾਹਿਬ ਕਹਿੰਦੇ ਇੱਕ ਬਹੁਤ ਸੱਚਾਈ ਬਿਆਨ ਕਰ ਰਹੇ ਨੇ ਵੀ ਬੰਦੇ ਦੀ ਮਨੋਦਸ਼ਾ ਦੇਖੋ। ਫਿਰ ਕਹਿਣ ਲੱਗੇ, ਕਹਿੰਦੇ ਹੁੰਦਾ ਕੀ ਹੈ, ਦਿਹੋਰੀ ਬੈਠੀ ਮਾਤਾ ਰੋਵੈ, ਘਰ ਦੀ ਦਹਿਲੀਜ਼ 'ਤੇ ਬੈਠੀ ਹੋਈ ਮਾਂ ਰੋ ਰਹੀ ਹੁੰਦੀ ਹੈ, ਮੇਰਾ ਪੁੱਤਰ ਚਲਾ ਗਿਆ। ਕੀਰਨੇ ਪਾ ਰਹੀ ਹੁੰਦੀ ਹੈ, ਵਿਆਕੁਲ ਹੁੰਦੀ ਹੈ, ਕਹਿ ਰਹੀ ਹੁੰਦੀ ਹੈ ਮੇਰੇ ਤੋਂ ਪਹਿਲਾਂ ਤੂੰ ਹੀ ਤੁਰ ਗਿਆ। ਅਤੇ ਇਹ ਤਾਂ ਕੋਈ ਹੈ ਨਹੀਂ ਨਾ ਗੱਲਬਾਤ। ਕਿਉਂਕਿ ਕਬੀਰ ਸਾਹਿਬ ਕਹਿੰਦੇ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਤਰ ਪੇਖਤ ਹੀ ਜਮਰਾਓ ਹਸੈ। ਮੇਰਾ ਮੇਰਾ ਕਰਕੇ ਲਾਡ ਧਰ ਰਹੀ ਹੈ, ਲਾਡ ਲੜਾ ਰਹੀ ਹੈ ਵੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਇਹ ਨਹੀਂ ਪਤਾ ਉਹਨੂੰ ਵੀ ਇਹ ਤਾਂ ਛੋਟਾ ਹੋ ਰਿਹਾ ਹੈ। ਮੌਤ ਦਾ ਦਿਨ ਤਾਂ ਨੇੜੇ ਆ ਰਿਹਾ ਇਸ ਦਾ। ਕਹਿੰਦੇ ਫਿਰ ਮਾਂ ਕੀ ਕਰਦੀ ਹੈ, ਦਹਿਲੀਜ਼ 'ਤੇ ਬਹਿ ਕੇ। ਕਬੀਰ ਸਾਹਿਬ ਕਹਿੰਦੇ ਦੇਹਰੀ ਬੈਠੀ ਮਾਤਾ ਰੋਵੈ, ਦਹਿਲੀਜ਼ 'ਤੇ ਬੈਠੀ ਮਾਂ ਰੋਂਦੀ ਹੈ। ਅਤੇ ਖਟੀਆ ਲੈ ਗਏ ਭਾਈ, ਜਿਹੜੇ ਭਰਾ ਨੇ, ਕਹਿੰਦੇ ਉਹ ਮੰਜਾ ਚੁੱਕ ਕੇ ਮਸਾਨਾਂ ਨੂੰ ਲੈ ਜਾਂਦੇ ਹਨ। ਕਿਉਂਕਿ ਪਹਿਲਾਂ ਟਾਈਮ ਦੇ ਵਿੱਚ ਕੀ ਹੁੰਦਾ ਸੀ ਕਿ ਲੱਕੜਾਂ ਲੈ ਕੇ ਨਾ 2 ਲੰਬੇ ਬਾਂਸ ਲੈ ਕੇ ਛੋਟੇ ਬਾਸਾਂ ਨੂੰ ਲਾ ਕੇ ਅਤੇ ਉੱਪਰ ਵਿਛਾਈ ਕੀਤੀ ਜਾਂਦੀ ਸੀ ਬਾਨਾਂ ਦੀ। ਜਦੋਂ ਪੁਰਾਤਨ ਸਮੇਂ ਦੇ ਵਿੱਚ ਬੋਡੀ ਲੈ ਕੇ ਜਾਣਾ ਹੁੰਦਾ ਸੀ ਅਤੇ ਉਹ ਬਾਨ ਜੇ ਖੱਟ ਦੇ ਵਾਂਗ ਬਣਾ ਲਿਆ ਜਾਂਦਾ ਸੀ। ਹੁਣ ਤਾਂ ਫੱਟੇ ਮਿਲਦੇ ਨੇ ਨਾ, ਫੱਟੇ 'ਤੇ ਲੈ ਕੇ ਜਾਂਦੇ, ਪਰ ਪੁਰਾਤਨ ਸਮਾਂ ਸੀ ਜਦੋਂ ਕਿ 2 ਬਾਂਸ ਲਏ ਅਤੇ ਛੋਟੀ ਜਿਹੜੀਆਂ ਫੱਟੀਆਂ ਪਾ ਲਈਆਂ ਅਤੇ ਨਾਲ ਬਾਨਾਂ ਦੇ ਨਾਲ ਉਹਨਾਂ ਨੂੰ ਉਹ ਕਰ ਲਿਆ ਬੋਡੀ ਰੱਖਣ ਵਾਸਤੇ। ਅਤੇ ਹੁਣ ਫੱਟੇ ਮਿਲਦੇ ਆਮ, ਲੋਹੇ ਦੇ ਫੱਟੇ ਨੇ, ਦੂਜੇ ਲੱਕੜ ਦੇ ਫੱਟੇ ਨੇ। ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਉਹ ਫੱਟਾ ਹੈ, ਉਹ ਜਿਹੜੀ ਖਟੀਆ ਦਾ ਪਾਓ ਮੰਜਾ, ਜਿਹੜੇ ਭਰਾ ਨੇ 2 ਭਰਾ ਅੱਗੇ ਲੱਗੇ 2 ਪਿੱਛੇ ਲੱਗੇ, ਮੰਜਾ ਚੁੱਕ ਕੇ ਲੈ ਗਏ। ਪਰਵਾਨਾ ਜੀ ਬੜੀ ਸੋਹਣੀ ਗੱਲ ਕਹਿੰਦੇ ਨੇ ਕਿ ਮਨੁੱਖ ਜਦੋਂ ਮਰ ਜਾਏ ਫਿਰ ਇੱਕੋ ਹੀ ਕੰਮ ਰਹਿੰਦਾ ਹੈ। ਕਹਿੰਦੇ 4 ਬੰਦੇ ਮੋਢੇ 'ਤੇ ਰੱਖਣ ਅਤੇ ਸ਼ਮਸ਼ਾਨ ਘਾਟ ਲੈ ਜਾਣਾ, ਹੋਰ ਕੁਛ ਨਹੀਂ ਰਹਿੰਦਾ। ਕਹਿੰਦੇ
ਬੰਦੇ ਦੇ ਸਵਾਸ ਨਿਕਲ ਜਾਣ, ਹੋਰ ਕੋਈ ਕੰਮ ਬਚਦਾ ਨਹੀਂ ਵੀ 4 ਬੰਦੇ ਮੋਢਾ ਲਾਣ ਤੇ ਸ਼ਮਸ਼ਾਨ ਘਾਟ ਤੱਕ ਲੈ ਜਾਣ, ਹੋਰ ਕੋਈ ਖੇਡ ਹੈ ਨਹੀਂ ਇੱਥੇ। ਉਸ ਤੋਂ ਪਹਿਲਾਂ ਜੇ ਜੀਵਨ ਨੂੰ ਸਵਾਰ ਲਿਆ ਤੇ ਸਵਾਰ ਲਿਆ, ਮਰਨ ਤੋਂ ਬਾਅਦ ਕੋਈ ਜੀਵਨ ਨਹੀਂ ਸਵਰਦਾ। ਕਹਿੰਦੇ ਜਿਹੜੇ ਭਰਾ ਨੇ, ਕਬੀਰ ਸਾਹਿਬ ਕਹਿੰਦੇ ਉਹ ਮੰਜਾ ਚੁੱਕ ਕੇ ਮਸਾਨਾਂ ਨੂੰ ਲੈ ਜਾਂਦੇ ਨੇ। ਕਹਿੰਦੇ ਲੱਟ ਛਿਟਕਾਏ ਤ੍ਰਿਆ ਰੋਵੈ, ਆਖਣ ਲੱਗੇ ਕੇਸ ਖਿਲਾਰ ਕੇ ਜਿਹੜੀ ਘਰ ਵਾਲੀ ਹੈ ਉਹ ਰੋਂਦੀ ਹੈ। ਤੇ ਕਹਿਣ ਲੱਗੇ ਕਬੀਰ ਸਾਹਿਬ ਕਹਿੰਦੇ ਹੰਸ ਇਕੱਲਾ ਜਾਈ, ਪਰ ਜੀਵ ਆਤਮਾ ਇਕੱਲੀ ਹੀ ਜਾਂਦੀ ਹੈ, ਉੱਥੇ ਨਾਲ ਕੋਈ ਨਹੀਂ ਜਾਂਦਾ ਉਹਦੇ। ਮੈਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਸਨੇ ਸ਼ਮਸ਼ਾਨ ਘਾਟ ਦਾ ਬੜਾ ਪਿਆਰਾ ਦ੍ਰਿਸ਼ ਲਿਖਿਆ। ਕਹਿੰਦੇ ਇੱਕ ਬੰਦਾ ਜਦੋਂ ਮਰਦਾ ਹੈ ਤੇ ਮਰ ਕੇ ਜਦੋਂ ਉਹ ਉਸਦੀ ਬੋਡੀ ਰੱਖੀ ਜਾਂਦੀ, ਭਾਵੇਂ ਉਹਨੇ ਆਪਣਾ ਖਿਆਲ ਲਿਖਿਆ ਹੈ, ਕਿਉਂਕਿ ਇਹ ਬੰਦੇ ਦੇ ਆਪਣੇ ਆਪਣੇ ਖਿਆਲ ਹੁੰਦੇ। ਉਹ ਕਹਿੰਦੇ ਇੱਕ ਖਿਆਲ ਕਹਿੰਦੇ ਮੈਂ ਦੇਖਿਆ, ਕਹਿੰਦੇ ਉਹ ਜਿਹੜਾ ਸਰੀਰ ਹੈ ਉਹ ਸਰੀਰ ਕਹਿੰਦੇ ਉੱਥੇ ਫੱਟੇ ਉੱਥੇ ਪਾ ਦਿੱਤਾ ਗਿਆ, ਚਿਖਾ ਤਿਆਰ ਕਰਕੇ, ਸਾਰੇ ਪਾਸੇ ਰਿਸ਼ਤੇਦਾਰ ਸਾਗ ਸੰਬੰਧੀ ਪਏ ਹੋਏ ਨੇ, ਤੇ ਉਸ ਦੀ ਜੀਵ ਆਤਮਾ ਦੇਖ ਰਹੀ ਹੈ ਵੀ ਕੌਣ ਕੀ ਕਰ ਰਿਹਾ ਮੇਰੇ ਵਾਸਤੇ, ਕੀ ਕੀ ਗੱਲਾਂ ਚੱਲ ਰਹੀਆਂ ਹਨ। ਕੋਈ ਪਿੱਛੇ ਖਲੋਤਾ ਹੋਇਆ ਬੁਰਿਆਈ ਕਰ ਰਿਹਾ ਹੈ, ਇੱਦਾਂ ਹੁੰਦਾ ਸੀ, ਇੱਦਾਂ ਦਾ ਬੰਦਾ ਸੀ, ਇਹ ਕਰਦਾ ਸੀ। ਕੋਈ ਕੁਛ ਹੋਰ ਵਡਿਆਈ ਕਰ ਰਿਹਾ ਹੁੰਦਾ, ਕੋਈ ਕੁਛ ਕਰ ਰਿਹਾ ਹੁੰਦਾ ਹੈ। ਕਹਿੰਦੇ ਉਹ ਜੀਵ ਆਤਮਾ ਕੀ ਦੇਖਦੀ ਹੈ, ਉਹ ਕਿਉਂਕਿ ਇੱਕ ਖਿਆਲ ਲਿਖਿਆ ਗਿਆ, ਉਹ ਜੀਵ ਆਤਮਾ ਕੀ ਦੇਖਦੀ ਹੈ ਕਿ ਅੱਗ ਲਾਈ, ਅੱਗ ਲਾ ਕੇ ਸਾਰੇ ਪਾਸੇ ਹੋ ਗਏ। ਕਹਿੰਦੇ ਮੇਰੀ ਬੋਡੀ ਸੜ ਰਹੀ ਹੈ, ਮੇਰੀ ਜੀਵ ਆਤਮਾ ਉਸ ਨੂੰ ਦੇਖ ਰਹੀ ਹੈ, ਤੇ ਹੁਣ ਪਤਾ ਲੱਗਿਆ ਵੀ ਇੱਥੇ ਕੋਈ ਕਿਸੇ ਦਾ ਨਹੀਂ ਹੈ। ਪਹਿਲਾਂ ਸਮਝ ਨਹੀਂ ਸੀ ਆਈ। ਕਹਿੰਦੇ ਜੀਵ ਆਤਮਾ ਕਹਿੰਦੇ ਹੁਣ ਕਹਿੰਦੀ ਹੈ, ਹੁਣ ਸਮਝ ਲੱਗਿਆ ਕਿ ਵਾਕਈ ਜੋ ਗੁਰਬਾਣੀ ਵਿੱਚ ਲਿਖਿਆ, ਜੋ ਕਿਹਾ ਗੁਰੂ ਸਾਹਿਬ ਜੀ ਨੇ, ਇਹ ਸੱਚ ਹੈ। ਕਹਿੰਦੇ ਕੋਈ ਕਿਸੇ ਦਾ ਨਹੀਂ ਹੈ। ਇੱਥੇ ਥੋੜ੍ਹੀ ਦੇਰ ਕੀਰਨੇ ਪਾ ਕੇ ਰੋਤ ਹੋ ਕੇ ਸਾਰੇ ਵਾਪਸ ਚਲੇ ਗਏ, ਪਰ ਮੇਰੀ ਜੀਵ ਆਤਮਾ ਇਕੱਲੀ ਰਹਿ ਗਈ। ਸਰੀਰ ਨੂੰ ਜ਼ਰੂਰ ਸਾਂਭ ਦਿੱਤਾ, ਪਰ ਮੇਰੇ ਆਤਮਾ ਦਾ ਸਾਥੀ ਕੋਈ ਨਾ ਬਣਿਆ। ਸੱਚ ਹੈ, ਇਹ ਆਤਮਾ ਦਾ ਸਾਥੀ ਕੌਣ ਹੈ? ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਹੰਸ ਇਕੱਲਾ ਜਾਈ, ਹੰਸ ਇਕੱਲਾ ਹੀ ਜਾਂਦਾ। ਫਿਰ ਕਹਿੰਦੇ ਕਿ ਕਹਿਤ ਕਬੀਰ ਸੁਣੋ ਰੇ ਸੰਤੋ, ਕਬੀਰ ਸਾਹਿਬ ਆਖਦੇ ਨੇ ਹੇ ਸੰਤ ਜਨੋ ਸੁਣੋ, ਭਵ ਸਾਗਰ ਕੇ ਤਾਈ। ਭਵ ਸਾਗਰ ਦਾ ਅਰਥ ਹੁੰਦਾ ਹੈ ਇਹ ਤੋਖਲਿਆਂ ਦਾ ਸਮੁੰਦਰ, ਤੋਖਲਿਆਂ ਨਾਲ, ਭਰਮਾਂ ਨਾਲ, ਭੁਲੇਖਿਆਂ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ। ਕਿਉਂਕਿ ਇਹ ਤੋਖਲਾ ਹੀ ਸੀ ਨਾ, ਵੀ ਜਿਹਨੂੰ ਅਸੀਂ ਆਪਣਾ ਸਮਝਦੇ ਸਨ, ਇਹ ਤੋਖਲਾ ਦੂਰ ਹੋ ਗਿਆ ਸਾਡੇ ਅੰਦਰ ਦਾ। ਜਿਹੜੀ ਗੱਲ ਕਬੀਰ ਸਾਹਿਬ ਨੇ ਇੱਥੇ ਸ਼ਬਦ ਵਿੱਚ ਰੱਖੀ ਹੈ, ਕਹਿੰਦੇ ਉਹ ਤੋਖਲਾ ਜਦੋਂ ਦੂਰ ਹੁੰਦਾ ਹੈ, ਕਿਉਂਕਿ ਇਹ ਤੋਖਲਿਆਂ ਦਾ ਸਮੁੰਦਰ ਹੈ, ਤੋਖਲਿਆਂ ਨਾਲ ਭਰਿਆ ਹੋਇਆ ਸਮੁੰਦਰ ਹੈ। ਇਸ ਬਾਬਤ ਕਹਿਤ ਕਬੀਰ ਸੁਣੋ ਰੇ ਸੰਤੋ, ਇਹ ਸੰਜਨੋ ਸੁਣੋ, ਭੈ ਸਾਗਰ ਕੇ ਤਾਈ। ਭਾਵ ਕਿ ਤੋਖਲਿਆਂ ਦੇ ਸਮੁੰਦਰ ਜਿਹੜਾ ਹੈ, ਇਸ ਦੀ ਬਾਬਤ ਕਹਿੰਦੇ ਇਸ ਬੰਦੇ ਸੁਰ ਜ਼ੁਲਮ ਹੋਤ ਹੈ। ਕਹਿੰਦੇ ਇਸ ਦੀ ਖਾਤਰ ਕਹਿੰਦੇ ਮੈਨੂੰ ਹੁਣ ਸਮਝ ਆ ਗਈ ਕਿ ਇਸ ਬੰਦੇ ਦੇ ਸਿਰ 'ਤੇ ਜ਼ੁਲਮ ਹੁੰਦਾ ਹੈ, ਜਮ ਨਹੀਂ ਹਟਾ ਗੁਸਾਈ। ਅਤੇ ਇਹ ਗੁਸਾਈ ਦਾ ਅਰਥ ਹੈ ਸੰਤ ਜਨੋ, ਇਹ ਜਮ ਫਿਰ ਹਟਦਾ ਨਹੀਂ ਹੈ। ਬੰਦੇ ਸਿਰ ਜ਼ੁਲਮ ਕੀ ਹੈ? ਇਸ ਨੂੰ ਜੋ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਅਸੀਂ ਦੇਖਾਂਗੇ। ਬਾਬਾ ਫਰੀਦ ਜੀ ਨੇ ਆਪਣੀ ਬਾਣੀ ਵਿੱਚ ਆਖਿਆ, ਕਹਿੰਦੇ ਜਿੰਮੀ ਪੁੱਛੈ ਅਸਮਾਨ, ਫਰੀਦਾ ਕੇਵਟ ਕਿਨ ਗਏ। ਬਾਬਾ ਫਰੀਦ ਜੀ ਕਹਿੰਦੇ ਨੇ ਇੱਕ ਦਿਨ ਜ਼ਮੀਨ ਨੂੰ ਅਸਮਾਨ ਪੁੱਛ ਰਿਹਾ ਹੈ ਕਿ ਹੇ ਧਰਤੀ, ਇੱਕ ਗੱਲ ਦੱਸ। ਗੱਲਾਂ ਬਾਤਾਂ ਹੋ ਰਹੀਆਂ ਨੇ, ਬੜਾ ਪਿਆਰਾ ਕਾਵਿ ਰੂਪ ਦਿੱਤਾ ਇਸ ਨੂੰ ਭਗਤ ਫਰੀਦ ਜੀ ਹੋਣਾ ਨੇ। ਕਹਿੰਦੇ ਅਸਮਾਨ ਪੁੱਛ ਰਿਹਾ ਜ਼ਮੀਨ ਨੂੰ, ਕਹਿੰਦੇ ਇੱਕ ਗੱਲ ਦੱਸ, ਕੇਵਟ ਕਿਨ ਗਏ। ਜਿਹੜੇ ਆਪਣੇ ਆਪ ਨੂੰ ਨਾਡੂ ਕਾ ਖਾਂਦੇ ਸੀ, ਉਹ ਕਿੱਥੇ ਚਲੇ ਗਏ? ਜਿਹੜੇ ਤੇਰੀ ਹਿੱਕ 'ਤੇ ਬੈਠੇ ਹੋਏ ਆਪਣੇ ਆਪ ਦਾ ਮਨਮਾਨੀਆਂ ਕਰਦੇ ਸਨ, ਆਪਣੇ ਆਪ ਨੂੰ ਵੱਡੇ ਸਮਝਦੇ ਸਨ, ਅਤੇ ਬੜੇ ਆਪਣੇ ਆਪ ਨੂੰ ਨਾਡੂ ਖਾਂ ਕਹਿੰਦੇ ਸਨ ਵੀ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ। ਅਤੇ ਧਰਤੀ ਨੂੰ ਪੁੱਛਦਾ ਆਕਾਸ਼, ਕਹਿੰਦੇ ਗਏ ਕਿੱਥੇ ਹੋ? ਅਤੇ ਧਰਤੀ ਕਹਿੰਦੇ ਕੋਈ ਜਵਾਬ ਦਿੰਦੀ ਹੈ, ਆਖਣ ਲੱਗੇ ਜਿੰਮੀ ਪੁੱਛੈ ਅਸਮਾਨ, ਫਰੀਦਾ ਖੇਵਟ ਕਿਨ ਗਏ। ਕਹਿੰਦੇ ਜਾਲਨ ਗੋਰਾ ਨਾਲ ਉਲਾਮੇ ਜੀ ਸੇ। ਕਹਿੰਦੇ ਜਾਂ ਤਾਂ ਉਹ ਗੋਰਾਂ ਦਾ ਅਰਥ ਹੁੰਦਾ ਕਬਰਾਂ ਵਿੱਚ ਦਫਨ ਹੋ ਗਏ, ਜਾਂ ਫਿਰ ਉਹ ਸ਼ਮਸ਼ਾਨ ਘਾਟ ਦੇ ਵਿੱਚ ਸਾੜ ਦਿੱਤੇ ਗਏ। ਸਰੀਰ ਉਹਨਾਂ ਦਾ ਸੜ ਗਿਆ, ਪਰ ਉਹਨਾਂ ਦੀ ਜਿਹੜੀ ਜਿੰਦ ਹੈ, ਕਹਿੰਦੇ ਨੇ ਉਸ ਦੇ ਉੱਤੇ ਜ਼ੁਲਮ ਹੁੰਦਾ। ਉਲਾਮੇ ਉਹ ਸਹਿੰਦਾ ਵੀ ਤੂੰ ਚੰਗੇ ਕੰਮ ਨਹੀਂ ਕੀਤੇ ਉੱਥੇ, ਕਿਉਂਕਿ ਪੁੱਛਿਆ ਜਾਣਾ ਹੈ ਕਹਾਂ ਤੈ ਖਟਿਆ, ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਕਬੀਰ ਲੇਖਾ ਦੇਣਾ ਸੁਹੇਲਾ, ਜੇ ਮਨ ਸੁਚੀ ਹੋਏ, ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੈ ਕੋਏ। ਨਾਨਕ ਆਖੈ ਰੇ ਮਨਾ ਸੁਣੀਆ ਸਿੱਖ ਸਹੀ, ਲੇਖਾ ਰਬ ਮੰਗੇਸਿਆ ਬੈਠਾ ਕੜ ਬਈ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਵਾਜੋ ਤਰੈ ਨਾ ਕੋਏ।
ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਗੁਰਬਾਣੀ ਵਿੱਚ ਬੇਅੰਤ ਫਰਮਾਨ ਆਏ, ਸਦੋਂ ਕਹਿੰਦੇ ਉੱਥੇ ਤੇਰਾ ਲੇਖਾ ਜੋਖਾ ਹੋਣਾ। ਤੇ ਲਾਸਟ ਪੰਕਤੀ ਵਿੱਚ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ, ਡਰਾਵਨੇ ਸਮੁੰਦਰ ਦੀ ਬਾਬਤ ਸੁਣੋ। ਆਖਿਰ ਸਿੱਟਾ ਇਹ ਨਿਕਲਾ ਕਿ ਜਿਨ੍ਹਾਂ ਨੂੰ ਮੈਂ ਆਪਣਾ ਸਮਝਦਾ ਰਿਹਾ ਉਹਨਾਂ ਨਾਲੋਂ ਸਾਥ ਟੁੱਟ ਜਾਂਦਾ ਹੈ। ਇਕੱਲਾ ਇਸ ਜੀਵ ਦੇ ਕੀਤੇ ਹੋਏ ਕਰਮਾਂ ਅਨੁਸਾਰ ਇਸ ਨੂੰ ਮੁਸੀਬਤ ਆਉਂਦੀ ਹੈ। ਜਿਹਨੂੰ ਕਿ ਮਹਾਰਾਜ ਨੇ ਕਿਹਾ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਨਾ, ਨਾਹਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਵਿਖਮ ਨਦੀ ਜਾਏ ਤਰਨੀ। ਤੁਹਾਨੂੰ ਉਸ ਭੀੜੀ ਨਦੀ ਵਿੱਚੋਂ, ਵਿਖਮ ਔਖੀ ਨਦੀ ਵਿੱਚੋਂ ਤਰਨਾ ਪੈਣਾ। ਇਸ ਕਰਕੇ ਸੰਗਤ ਦਾ ਪੱਲਾ ਫੜ ਲੈ, ਤੇਰੇ ਕੋਲ ਤਰਿਆ ਕੋਈ ਨਹੀਂ ਜਾਣਾ ਉੱਥੇ। ਨਾ ਤੇਰੇ ਕੋਲ ਗਿਆਨ ਹੈ, ਨਾ ਧਿਆਨ ਹੈ, ਨਾ ਨਿਰਮਲ ਕਰਨੀ ਤੇਰੇ ਕੋਲ। ਇਸ ਕਰਕੇ ਸੰਗਤ ਦਾ ਪੱਲਾ ਫੜ ਲੈ। ਜੇ ਤੂੰ ਤਰਨਾ ਚਾਹੁੰਦਾ ਵਿਖਮ ਨਦੀ ਨੂੰ ਪਾਰ ਹੋ ਜਾਏਗਾ, ਨਹੀਂ ਹੋਇਆ ਨਹੀਂ ਜਾਣਾ। ਕਿਉਂਕਿ ਗੁਰੂ ਸਾਹਿਬ ਨੇ ਬਹੁਤੇ ਖਿਆਲ ਉਹ ਰੱਖੇ ਜਿਹੜੇ ਖਿਆਲ ਸਮਾਜ ਵਿੱਚ ਵਰਤੇ ਜਾ ਰਹੇ ਸਨ। ਉਹਨਾਂ ਨੂੰ ਲੋਕਾਂ ਨੂੰ ਸਮਝਾਉਣ ਵਾਸਤੇ, ਸੱਚ ਨੂੰ ਦਾ ਪਰਦਾ, ਸੱਚ ਦੇ ਉੱਤੇ ਜਿਹੜਾ ਪਰਦਾ ਪਿਆ ਇਸ ਨੂੰ ਹਟਾਉਣ ਵਾਸਤੇ, ਝੂਠ ਨੂੰ ਦਿਖਾਉਣ ਵਾਸਤੇ ਵੀ ਇਹ ਝੂਠ ਹੈ ਜਿਹਨੂੰ ਤੂੰ ਸਮਝੀ ਬੈਠਾ। ਪਰ ਜੇ ਤੂੰ ਇਹ ਗੱਲ ਸਮਝਦਾ ਹੈ ਨਾ, ਉੱਥੇ ਵਿਖਮ ਨਦੀ ਹੈ, ਉੱਥੇ ਤਰਨਾ ਔਖਾ ਹੈ, ਪਰ ਫਿਰ ਇਹ ਗੱਲ ਸਮਝਣੀ ਵੀ ਉਸ ਵਿਖਮ ਨਦੀ ਨੂੰ ਸੰਗਤ ਦੇ ਸਹਾਇਤਾ ਤੋਂ ਬਿਨਾਂ ਨਹੀਂ ਤਰ ਸਕਦਾ। ਇੱਕ ਦ੍ਰਿਸ਼ਟਾਂਤ ਦਿੱਤਾ ਗੁਰੂ ਸਾਹਿਬ ਜੀ ਨੇ। ਇਸ ਕਰਕੇ ਇੱਥੇ ਕਹਿਣ ਲੱਗੇ, ਕਹਿੰਦੇ ਨੇ ਸਾਰੇ ਸਾਥ ਟੁੱਟ ਜਾਂਦੇ ਨੇ। ਇਹ ਜਿਹੜਾ ਬੰਦਾ ਹੈ ਜੀਵ ਉੱਤੇ, ਕਹਿੰਦੇ ਕੀਤੇ ਹੋਏ ਵਿਕਾਰਾਂ ਅਨੁਸਾਰ ਜੋ ਵੀ ਇਸਨੇ ਕੰਮ ਕੀਤੇ ਨੇ, ਵਿਕਰਮ ਜਿਹੜੇ ਕੀਤੇ ਨੇ, ਜਿਹੜੇ ਸੰਸਾਰ ਵਿੱਚ ਰਹਿ ਕੇ ਕਰਮ ਕੀਤੇ ਨੇ, ਉਹਨਾਂ ਦੇ ਮੁਤਾਬਿਕ ਮੁਸੀਬਤ ਆਉਂਦੀ ਹੈ ਅਤੇ ਜਮ ਦਾ ਡਰ ਸਿਰੋਂ ਟਲਦਾ ਨਹੀਂ ਹੈ। ਜਮ ਦਾ ਡਰ ਬਣਿਆ ਰਹਿੰਦਾ ਹੈ। ਕਿਉਂਕਿ ਇਹਨੂੰ ਪਤਾ ਹੈ ਕਿ ਮੈਂ ਕੋਈ ਚੰਗੇ ਕੰਮ ਕਰਕੇ ਨਹੀਂ ਜਾ ਰਿਹਾ, ਮੈਂ ਚੰਗੇ ਕੰਮ ਕੀਤੇ ਨਹੀਂ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਭਾਈ ਚੰਗੇ ਕੰਮ ਕਰ ਔਰ ਸੰਸਾਰ ਦੀ ਇਸ ਅਸਲੀਅਤ ਨੂੰ ਸਮਝ ਲੈ ਕਿ ਇਹ ਸੰਸਾਰ ਜਿਹੜਾ ਨਾਸਵੰਤ ਹੈ। ਇੱਥੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਜਾਂ ਜਿਸ ਘਰ 'ਚ ਰਹਿਣਾ ਹੈ, ਇਹ ਸਾਰੀਆਂ ਚੀਜ਼ਾਂ ਸਿਰਫ ਇੱਕ ਰੈਣ ਬਸੇਰਾ ਹੈ, ਇੱਕ ਸਰਾਂ ਹੈ। ਇੱਥੇ ਕੁਝ ਸਮਾਂ ਵਾਸਤੇ ਤੂੰ ਆਇਆ ਹੈ ਅਤੇ ਇੱਕ ਦਿਨ ਐਸਾ ਆਉਣਾ ਜਿਸ ਨਾਲ ਤੂੰ ਇੱਥੋਂ ਤੁਰ ਜਾਣਾ ਹੈ। ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। जल की पीत पवन का थंबा, रक्त बूंद का गारा, हाड़ मास नाड़ी को पिंजर, पंखी वसै विचारा, प्राणी क्या मेरा क्या तेरा, जैसे तरवर पंख वसेरा। इतनी जी गल है। इस गल नूं भगत कबीर साहब जी अपने शब्द के राही साडे समक्ष रख रहे हैं और ये भी दस रहे हैं कि ਜਿਹੜੇ ਕਰਮ ਤੂੰ ਕਰੇਗਾ उसका लेखा जोखा तैनूं ही देना पैना है, किसी होर ने नहीं। जे भी विकर्म तू करेगा उसकी मुसीबत तेरे सिर ते आएगी। जिन्हां करके तू पाप करदा है वो भागीदार नहीं होणगे। सो इस करके कबीर साहब ने अपनी बाणी में बहुत बारी इस तरह के वचन किए कि बहु परपंज कर पढ़न लियावै, सुत दारा पै आन लुटावै, मन मेरे भूले कपट ना कीजै, अंत निवेरा तेरे जी पैली। जे इस गल ਨੂੰ ਦੁਹਰਾ ਰਹੇ ਨੇ, ਪੱਕਾ ਕਰ ਰਹੇ ਨੇ, ਸਾਡੇ ਮਾਈਂਡ ਨੂੰ ਚੰਗੇ ਤਰੀਕੇ ਦੇ ਨਾਲ ਇਹ ਗੱਲ ਸਮਝਾ ਕੇ ਔਰ ਜੀਵਨ ਦੀ ਅਸਲੀਅਤ ਨੂੰ ਸਾਡੇ ਸਮਕਸ਼ ਰੱਖ ਰਹੇ ਹਨ ਵੀ ਇਹ ਜੀਵਨ ਹੈ। ਤੂੰ ਹੁਣ ਦੇਖ ਲੈ ਕੀ ਕਰਨਾ ਹੈ। ਵੀ ਇਸ ਵਿੱਚ ਫਸ ਕੇ ਗਲਤਾਨ ਹੋ ਕੇ ਵਿਕਾਰਾਂ ਵਿੱਚ ਜ਼ਿੰਦਗੀ ਜਿਉਣੀ ਹੈ, ਜਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਮਝ ਕੇ ਔਰ ਜੋ अपने जिंदगी के अंदर शुभ कर्म करके व्यतीत करनी, ये तेरा अपना निर्णय है। जे तू गलत पासे तुरेगा तो तेरा जीवन व्यर्थ जाएगा। जे गुरु नूं पुछ के जीवन जीवेगा भावें एक दिन मौत तेरे सिर ते आ जाए पर तू इत्थों सुरखरू होकर जाएगा, क्योंकि अपने जीवन नूं पहला ही सवार चुकिया होएगा। इस तरह की विचारधारा कबीर साहब ने साडे सामने रखी। इतने वचन प्रवान मेरियां भुल्लां मेरी झोली विच, गुरु के वचन हृदय च बसाना। फतेह दी सान करो। आखो जी वाहिगुरू जी का खालसा, वाहिगुरू जी की फतेह।